ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਪੂਰਨ ਦੇਖਿਓ ਆਤਮਾ ਦਵੈਤ ਹੈ ਸਰਬ ਨਿਵਾਰ ਭਏ ਸਾਤ ਮਨ ਸੰਤ ਜੋ ਤਿਨ ਭਾਗ ਨਮੋ ਹਮਾਰ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਵਈਆ ਸੰਮਤ 1661 ਭਾਦਵ ਕੀ ਸੁਧ ਏਕਮ ਜਾਨੋ ਸੰਮਤ 1661 ਭਾਦਵ ਕੀ ਸੁਧ ਏਕਮ ਜਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਡੇ ਸਭਨਾਂ ਦੇ ਬੜੇ ਉਜਲ ਭਾਗ ਹਨ। ਸਤਿਗੁਰੂ ਸਾਹਿਬ ਜੀਆਂ ਨੇ ਆਪਣੀ ਹਜ਼ੂਰੀ ਬਖਸ਼ੀ ਹੈ। ਇਹ ਜੋ ਅਖੰਡ ਪਾਠ ਪਰਸੋਂ ਰੋਜ਼ ਤੋਂ ਆਰੰਭ ਹੋਇਆ ਸੀ, ਆਪ ਸਭ ਸੰਗਤਾਂ ਨੂੰ ਭਲੀ ਪ੍ਰਕਾਰ ਹੀ ਬਿਦਤ ਹੈ। ਸਤਿਗੁਰੂ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ, ਜਿਸ ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਸਾਹਿਬ ਜੀਆਂ ਨੇ ਕਲਯੁਗੀ ਜੀਵਾਂ ਦੇ ਤਾਰਨ ਹਿੱਤ ਇਹ ਬਾਣੀ ਦਾ ਜਹਾਜ਼ ਤਿਆਰ ਕੀਤਾ ਹੈ, ਜਿਸ ਨੂੰ ਕਿਸੇ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਜੀਆਂ ਦੇ ਬਚਨ ਹੋਏ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਜੀ ਨੂੰ ਜਿਸ ਸਮੇਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਅਜੇ ਬਾਲਪਨ ਅਵਸਥਾ ਵਿੱਚ ਹੀ ਸਨ, ਸਤਿਗੁਰੂ ਸਾਹਿਬ ਜੀ ਆਪਣੇ ਮੰਜੇ ਤੇ ਸੁਭਾਇਮਾਨ ਸਨ। ਗੁਰੂ ਅਮਰਦਾਸ ਪਾਤਸ਼ਾਹ ਜੀ ਬਾਲਪਨ ਅਵਸਥਾ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਦੇ ਪਾਸ ਪਹੁੰਚੇ ਤੇ ਮੰਜੇ ਨੂੰ ਹੱਥ ਪਾ ਲਿਆ, ਉੱਪਰ ਚੜ੍ਹਨ ਦਾ ਯਤਨ ਕੀਤਾ। ਤੇ ਇਸ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਕਿਹੜਾ ਭਾਰੀ ਪੁਰਖ ਹੈ ਜਿਹਨੇ ਸਾਡਾ ਮੰਜਾ ਹਿਲਾ ਦਿੱਤਾ ਹੈ। ਮਾਤਾ ਭਾਨੀ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀਆਂ ਦਾ ਇਹ ਦੁਹਿਤਾ ਹੈ। ਤੇ ਇਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਦੁਹਿਤਾ ਬਾਣੀ ਕਾ ਬੋਹਿਤਾ। ਬੋਹਿਤਾ ਨਾਮ ਸਾਧ ਸੰਗਤ ਜੀ ਜਹਾਜ਼ ਦਾ ਹੋਇਆ ਕਰਦਾ ਹੈ।
ਐਸੇ ਜਿਹੜੇ ਸਤਿਗੁਰੂ ਸਾਹਿਬ ਜੀ ਨੂੰ ਤੀਜੇ ਸਰੂਪ ਵਿੱਚ ਬਚਨ ਹੋਏ ਸਨ ਤੇ ਇਹਨਾਂ ਨੂੰ ਸਰਵਕਾਰ ਕਰਨ ਲਈ, ਸੰਪੂਰਨ ਕਰਨ ਲਈ ਸਤਿਗੁਰੂ ਸਾਹਿਬ ਜੀ ਨੇ ਬਾਣੀ ਦਾ ਜਹਾਜ਼ ਬਣਾਇਆ ਹੈ। ਇਸ ਦੇ ਹੋਰ ਵੀ ਅਨੇਕਾਂ ਹੀ ਕਾਰਨ ਹਨ। ਮਹਾਰਾਜ ਸਾਹਿਬ ਜੀ ਦਾ ਜੋ ਭਤੀਜਾ ਸੀ ਮਿਹਰਬਾਨ, ਇਹਨੇ ਵੀ ਸਤਿਗੁਰੂ ਸਾਹਿਬ ਜੀ ਦੇ ਨਾਮ ਉੱਪਰ ਬਾਣੀ ਰਚਣੀ ਆਰੰਭ ਕਰ ਦਿੱਤੀ ਸੀ। ਸਾਰੀ ਆਪਣੀ ਪੰਕਤੀ ਬਣਾ ਲੈਣੀ ਤੇ ਪਿੱਛੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਨਾਮ ਲਿਖ ਦੇਣਾ। ਸਿੱਖਾਂ ਨੂੰ ਇਸ ਵਿੱਚ ਬਹੁਤਾ ਭਰਮ ਹੋ ਗਿਆ। ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਸਿੱਖ ਇਹ ਬਾਣੀ ਇਹਨਾਂ ਦੀ ਪੜ੍ਹਦੇ ਆ ਗਏ। ਮਹਾਰਾਜ ਸਾਹਿਬ ਜੀ ਨੇ ਪੁੱਛਣਾ ਕੀਤਾ ਕਿ ਸਿੱਖੋ ਕਿੱਥੋਂ ਪੜ੍ਹ ਰਹੇ? ਤਾਂ ਕਹਿਣ ਲੱਗੇ ਸਿੱਖ ਕਹਿੰਦੇ ਮਹਾਰਾਜ ਆਪਣੀਆਂ ਦੀ ਬਾਣੀ ਹੈ। ਮਹਾਰਾਜ ਨੇ ਕਿਹਾ ਨਹੀਂ, ਸਾਡੀ ਬਾਣੀ ਨਹੀਂ ਹੈ ਜਾ ਰਹੀ। ਉਪਰੰਤ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਕਿਰਪਾ ਕਰੋ, ਜਿਹੜੀ ਬਾਣੀ ਹੈ ਨਾ ਇਹ ਨਿਰੋਲ ਹੀ ਰਹੇ। ਆਪ ਜੀ ਦੇ ਤੀਜੇ ਸਰੂਪ ਦੇ ਬਚਨ ਹਨ, ਸਤਿਗੁਰੂ ਬਿਨਾਂ ਕੱਚੀ ਹੈ ਬਾਣੀ। ਇਹ ਕੱਚੀ ਬਾਣੀ ਮਹਾਰਾਜ ਸਿੱਖ ਨਾ ਹੀ ਪੜ੍ਹਨ ਦਾ ਚੰਗਾ ਹੈ। ਇਸ ਨੂੰ ਵਿਚਾਰ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਦੋ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਹੁਣ ਬਾਣੀ ਦਾ ਜਹਾਜ਼ ਜਿਹੜਾ ਰਚਨਾ ਕਰੋ। ਇਹ ਸਭ ਨੂੰ ਵਿਚਾਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਅੰਤਰ ਧਿਆਨ ਕੀਤਾ ਹੈ ਕਿ ਅਸੀਂ 10 ਸਰੂਪ ਧਾਰਨੇ ਹਨ। ਉਪਰੰਤ ਇਸ ਜਿਹੜਾ ਸਰੂਪ ਹੈ ਇਸ ਨੂੰ ਗੁਰਿਆਈ ਵੀ ਬਖਸ਼ ਦੇਣੀ ਹੈ। ਮਹਾਰਾਜ ਕਹਿਣ ਲੱਗੇ ਕਿ ਹੁਣ ਅਸੀਂ ਇਸ ਬੀੜ ਦਾ ਪ੍ਰਾਰੰਭ ਕਰਾਂਗੇ, ਬੀੜ ਲਿਖਾਉਣੀ ਕਰਾਂਗੇ। ਜਿਹੜੀਆਂ ਪਹਿਲੀਆਂ ਪਾਤਸ਼ਾਹੀਆਂ ਸਾਹਿਬ ਹਨ ਉਹਨਾਂ ਸਭ ਦੀ ਬਾਣੀ ਜਿਹੜੀ ਲਿਖੀ ਹੋਈ ਹੈ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋ ਵੱਡੇ ਸਪੁੱਤਰ ਹਨ ਬਾਬਾ ਮੋਹਨ ਜੀ ਤਿੰਨਾਂ ਦੇ ਪਾਸ ਹੈ। ਇਹਨਾਂ ਸੁਣ ਕਰਕੇ ਭਾਈ ਗੁਰਦਾਸ ਸਾਹਿਬ ਜੀ ਬੇਨਤੀ ਕਰਨ ਲੱਗੇ, ਮਹਾਰਾਜ ਜੇ ਹੁਕਮ ਹੋਵੇ ਤਾਂ ਮੈਂ ਪੋਥੀਆਂ ਲੈ ਕਰਕੇ ਆਵਾਂ। ਸਤਿਗੁਰੂ ਜੀ ਕਹਿਣ ਲੱਗੇ ਜਾਓ ਭਾਈ ਗੁਰਦਾਸ ਜੀ ਤੁਸੀਂ ਲੈ ਕਰਕੇ ਆਓ। ਉੱਥੇ ਗੋਇੰਦਵਾਲ ਨਗਰ ਵਿੱਚ ਗਏ ਹਨ ਭਾਈ ਗੁਰਦਾਸ ਸਾਹਿਬ ਜੀ। ਬਾਬਾ ਮੋਹਨ ਜੀ ਇੱਕ ਰਸ ਸਮਾਧੀਧੀਨ ਹਨ। ਉਹਨਾਂ ਨੇ ਕਿਸੇ ਪ੍ਰਕਾਰ ਦੀ ਸਮਾਧੀ ਨਾ ਉਥਾਨ ਹੋਈ, ਉਹਨਾਂ ਪੋਥੀਆਂ ਨਹੀਂ ਦਿੱਤੀਆਂ। ਭਾਈ ਗੁਰਦਾਸ ਸਾਹਿਬ ਜੀ ਮੁੜ ਆਏ। ਇਸੇ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਵੀ ਗਏ ਹਨ ਤੇ ਇਹਨਾਂ ਨੂੰ ਵੀ ਪੋਥੀਆਂ ਪ੍ਰਾਪਤ ਨਹੀਂ ਹੋਈਆਂ। ਇਤਿਹਾਸ ਨੂੰ ਬੇਰਾ ਹੈ, ਦਾਸ ਸੂਖਮਾਤ ਦੀ ਜ਼ਿਕਰ ਕਰੇਗਾ। ਉਪਰੰਤ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਗਏ ਹਨ। ਬੜਾ ਬਿਖਮ ਪੈਂਦਾ ਹੈ ਸਾਧ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਗਏ ਹਨ। ਮਹਾਰਾਜ ਸਾਹਿਬ ਜੀ ਨੇ ਜਿਸ ਸਮੇਂ ਜਾ ਕਰਕੇ ਗਲੀ ਵਿੱਚ ਹੀ ਆਸਣ ਕਰ ਲਿਆ, ਮਹਾਰਾਜ ਨੇ ਸ਼ਬਦ ਦੀ ਧੁਨ ਉਠਾਈ ਹੈ। ਮਹਾਰਾਜ ਸੰਬੋਧਨ ਦਾ ਪਰਮੇਸ਼ਰ ਨੂੰ ਕਰਦੇ ਹਨ ਪਰ ਨਾਮ ਵਰਤਦੇ ਹਨ ਮੋਹਨ। ਇਸੇ ਪ੍ਰਕਾਰ ਬਾਬਾ ਮੋਹਨ ਜੀ ਦੇ ਪਰਥਾਏ ਜਿਹੜੇ ਉੱਥੇ 4 ਸ਼ਬਦ ਉਚਾਰੇ ਹਨ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਜਿਸ ਸਮੇਂ ਸਤਿਗੁਰੂ ਸਾਹਿਬ ਜੀ ਦੀ ਸ਼ਬਦ ਦੀ ਧੁਨੀ ਸੁਣੀ ਹੈ ਨਾ, ਬਾਬਾ ਮੋਹਨ ਜੀਆਂ ਦੀ ਸਮਾਧੀ ਉਥਾਨ ਹੋ ਗਈ ਹੈ। ਆ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨੀ ਪੈ ਗਏ ਹਨ ਤੇ ਪੋਥੀਆਂ ਸਤਿਗੁਰੂ ਸਾਹਿਬ ਜੀ ਨੂੰ ਸੌਂਪ ਦਿੱਤੀਆਂ ਹਨ। ਬੜਾ ਬਿਖਮ ਪੈਂਦਾ ਸੀ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਪੋਥੀ ਸਾਹਿਬ ਜਿਹੜੀਆਂ ਨਾ ਪਾਲਕੀ ਵਿੱਚ ਸੁਭਾਈਮਾਨ ਕਰ ਦਿਓ। ਆਪ ਸਤਿਗੁਰੂ ਸਾਹਿਬ ਜੀ ਨੰਗੇ ਪੈਰੀ ਚੌਰ ਕਰਦੇ ਹੋਏ ਐਡਾ ਸਤਿਗੁਰੂ ਸਾਹਿਬ ਜੀ ਨੇ ਭਾਵ ਅਦਬ ਰੱਖਿਆ ਹੈ। ਸਾਨੂੰ ਸਾਧ ਸੰਗਤ ਜੀ ਅੱਜ ਕੱਲ੍ਹ ਆਲਸ ਆ ਗਿਆ, ਜਰਾਬਾਂ ਲਾਉਣ ਤੋਂ ਵੀ ਸੰਕੋਚ ਕਰਦੇ ਹਾਂ। ਸਰੋਵਰ ਵਿਚਾਰ ਸਤਿਗੁਰੂ ਸਾਹਿਬ ਜੀ ਪੋਥੀ ਸਾਹਿਬ ਲੈ ਕਰਕੇ ਆਏ ਹਨ। ਅੰਮ੍ਰਿਤਸਰ ਸਰੋਵਰ ਦੇ ਕੰਢੇ ਮਹਾਰਾਜ ਸਾਹਿਬ ਜੀ ਨੇ ਸੁਭਾਈਮਾਨ ਕਰ ਦਿੱਤੀਆਂ ਹਨ। ਬਚਨ ਕੀਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਆਪਾਂ ਹੁਣ ਜਿਹੜਾ ਗੁਰਬਾਣੀ ਰਚਨੀ ਹੈ। ਰਾਮਸਰ ਸਰੋਵਰ ਵਾਲੇ ਸਥਾਨ ਤੇ ਸਤਿਗੁਰੂ ਸਾਹਿਬ ਜੀ ਨੇ ਤੰਬੂ ਲਗਵਾ ਲਏ ਨੇ। ਇੱਕ ਭਾਈ ਗੁਰਦਾਸ ਸਾਹਿਬ ਜੀ ਦਾ, ਇੱਕ ਮਹਾਰਾਜ ਨੇ ਆਪਣਾ। ਤੇ ਇੱਥੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਭਾਈ ਗੁਰਦਾਸ ਸਾਹਿਬ ਜੀ ਨੇ ਬਾਣੀ ਲਿਖਾਉਣੀ ਪ੍ਰਾਰੰਭ ਕਰ ਦਿੱਤੀ ਹੈ। ਕ੍ਰਮਵਾਰ ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਜਿਹੜੇ ਰਹਿਰਾ ਸਾਹਿਬ ਦੇ 5 ਸ਼ਬਦ ਉਸ ਸਰੂਪ ਵਿੱਚ ਸੁਭਾਈਮਾਨ ਕੀਤੇ ਹਨ। ਇਤਿਹਾਸਿਕ ਬਾਣੀਆਂ ਪਹਿਲੇ ਪਾਤਸ਼ਾਹੀਆਂ ਤੋਂ ਲੈ ਕਰਕੇ ਲਿਖਾਉਣੀਆਂ ਕੀਤੀਆਂ। ਜਦੋਂ 5 ਸਰੂਪਾਂ ਦੀ ਬਾਣੀ ਹੋ ਗਈ, ਮਹਾਰਾਜ ਭਗਤਾਂ ਦੀ ਬਾਣੀ ਲਿਖਾਉਣ ਲੱਗੇ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਸੰਸਾ ਹੋਇਆ, ਮਹਾਰਾਜ ਭਗਤ ਦਿਸਦੇ ਤੇ ਨਹੀਂ ਹਨ। ਸਤਿਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਸਾਨੂੰ ਵੀ ਦਰਸ਼ਨ ਕਰਾਵੋ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਕੱਲ੍ਹ ਨੂੰ ਨਾ ਤੁਸੀਂ 2 ਘੜੀਆਂ ਪਹਿਲਾਂ ਆ ਜਾਣਾ, ਤੁਹਾਨੂੰ ਵੀ ਦਰਸ਼ਨ ਕਰਾ ਦੇਵਾਂਗੇ। ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ। 2 ਘੜੀਆਂ ਪਹਿਲਾਂ ਆ ਕੇ ਸਤਿਗੁਰੂ ਸਾਹਿਬ ਜੀ ਨੇ ਦਰਸ਼ਨ ਕਰਾਏ ਭਗਤਾਂ ਦੇ। ਭਗਤਾਂ ਨੇ ਆਪਣੀ ਬਾਣੀ ਲਿਖਾਉਣਾ ਕੀਤੀ। ਇਸੇ ਪ੍ਰਕਾਰ ਕ੍ਰਮਵਾਰ ਸਤਿਗੁਰੂ ਸਾਹਿਬ ਦੀ ਬਾਣੀ ਰਚਦੇ ਗਏ। ਸੁਖਨੀਮ ਸਾਹਿਬ, ਗੌੜੀ 52 ਅਖਰੀ ਤੇ ਆਦਿ ਸਾਰੀਆਂ ਬਾਣੀਆਂ, ਸੱਤੇ ਬਲਵੰਡੇ ਦੀ ਵਾਰ ਆਦਿ ਸਾਰੀਆਂ ਲਿਖਾਉਣੀਆਂ ਕੀਤੀਆਂ। ਹਰੀਲਾਲ ਕ੍ਰਿਸ਼ਨ ਦੇ ਨਵੇਂ ਉਪਦੇਸ਼ ਸੰਸਕ੍ਰਿਤੀ ਸ਼ਲੋਕ ਗਾਥਾ ਸੁਨੇ ਹੈ ਚੌ ਬੋਲੇ ਦੇ ਆਦਿ ਬਾਣੀਆਂ ਭਗਤਾਂ ਦੀਆਂ ਬਾਣੀਆਂ ਲਿਖਾਉਣੀਆਂ ਕੀਤੀਆਂ। ਜਦੋਂ ਇੱਥੇ ਤੱਕ ਬਾਣੀ ਪਹੁੰਚੀ ਤੇ ਭੱਟ ਸੰਗਿਆ ਵਾਲੇ ਜਿਹੜੇ ਉਹ ਵੀ ਆ ਗਏ। ਉਹਨਾਂ ਨੇ ਵੀ ਆ ਕਰਕੇ ਬੇਨਤੀ ਕੀਤੀ। ਜਿਸ ਸਮੇਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋਏ, ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋਏ ਨਾ ਜਦੋਂ ਉਹਨਾਂ ਨੂੰ, ਤੇ ਪਿਛਲਾ ਜਿਹੜਾ ਸਾਰਾ ਸੀ ਗਿਆਨ ਹੋ ਆਇਆ ਕਿ ਕਿਸ ਪ੍ਰਕਾਰ ਅਸੀਂ ਭਟਕੇ ਹੋਏ ਇੱਥੇ ਆਏ ਹਾਂ। ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਕਹਿੰਦੇ ਕਿ ਤੁਸੀਂ ਤਾਂ ਭੱਟ ਸਾਹਿਬ, ਤੁਸੀਂ ਤਾਂ ਵੇਦਾਂ ਦੇ ਅਵਤਾਰ ਹੋ।
ਵੇਦਾਂ ਦੇ ਅਵਤਾਰ ਹੋ ਤੁਸੀਂ ਮਹਾਰਾਜ। ਉਹਨਾਂ ਨੇ ਦੇਖ ਕਰਕੇ ਜਦੋਂ ਗਿਆਨ ਹੋ ਗਿਆ ਨਾ, ਮਹਾਰਾਜ ਕਹਿੰਦੇ ਅਸੀਂ ਬਾਣੀ ਰਚ ਰਹੇ ਹਾਂ, ਤੁਸੀਂ ਵੀ ਭਟੋ ਆਪਣੇ ਕੋ ਆਪਣੇ ਵੱਲੋਂ ਭੇਟਾ ਕਰੋ ਇਸ ਵਿੱਚ। ਕਹਿਣ ਲੱਗੇ ਮਹਾਰਾਜ ਸਾਨੂੰ ਜਸ ਕਰਨਾ ਨਹੀਂ ਆਉਂਦਾ, ਆਪ ਜੀ ਕਿਰਪਾ ਕਰੋ। ਅਸੀਂ ਮਹਾਰਾਜ ਬਹੁਤ ਭਟਕਦੇ ਹੋਏ ਆਏ ਹਾਂ, ਬਹੁਤ ਮਹਾਰਾਜ ਸਾਨੂੰ ਸਮਾਂ ਹੋ ਗਿਆ ਸੇ ਲੱਭਦਿਆਂ ਨੂੰ ਕਿ ਜਿਹੜਾ ਪੂਰਨ ਸੰਤ ਮਿਲ ਜਾਵੇ। ਰਹਿਓ ਸੰਤ ਹੋ ਟੋਲ ਸਾਧ ਮੋਹ ਤੇਰੇ ਡਿਠੇ, ਸੰਨਿਆਸੀ ਤਪਸੀਹ ਮੁਖ ਹੋਏ ਪੰਡਤ ਮਿੱਠੇ। ਬਰਸ ਏਕ ਹੋ ਫਿਰਿਓ ਕਿਨਾ ਨਹੁ ਪਰਚੋ ਲਾਇਓ, ਕਹਿਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਮਹਾਰਾਜ ਸਾਨੂੰ ਇੱਕ ਵਰਸ ਹੋ ਗਿਆ ਲੱਭਦਿਆਂ ਨੂੰ, ਕੋਈ ਜਿਹੜਾ ਸੱਚਾ ਜਿਹੜਾ ਗੁਰੂ ਨੂੰ ਲੱਭਿਆ ਨਹੀਂ, ਪ੍ਰਾਪਤ ਨਹੀਂ ਹੋਇਆ। ਬਹੁਤ ਭਟਕਦੇ ਹੋ ਮਹਾਰਾਜ, ਆਪ ਜੀਆਂ ਦੇ ਚਰਨਾਂ 'ਚ ਆਏ ਹਾਂ। ਜਬ ਲੋ ਨਹੀਂ ਭਾਗ ਲਲਾਰ ਉੜਿਆ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬ ਹੂੰ ਮਿਟ ਹੈ ਨਹੀਂ ਦੇ ਪਛਤਾਇਓ। ਮਹਾਰਾਜ ਕਲਯੁਗ ਦੇ ਸਮੁੰਦਰ ਵਿੱਚ ਘੋਰ ਜਿਹੜਾ ਹੈ ਉਸ ਵਿੱਚ ਅਸੀਂ ਡੁੱਬ ਰਹੇ ਹਾਂ। ਤੇ ਮਹਾਰਾਜ ਕੋਈ ਵੀ ਸਾਨੂੰ ਸੱਚਾ ਗੁਰੂ ਲੱਭਿਆ ਨਹੀਂ ਜਿਸ ਨੇ ਸਾਡਾ ਪਰਚਾ ਲਾਇਆ ਹੋਵੇ। ਇਹ ਤੇ ਆਦਿ ਮਹਾਰਾਜ ਸਾਹਿਬ ਜੀ ਦਾ ਭੱਟ ਸਾਹਿਬ ਨੇ ਗੁਰਬਾਣੀ ਵਿੱਚ ਜਿਹੜੀਆਂ ਪੰਕਤੀਆਂ ਸਾਧ ਸੰਗਤ ਜੀ ਜਸ ਉਚਾਰਿਆ ਹੈ। ਜਬ ਲੋ ਨਹੀਂ ਭਾਗ ਲਲਾਰ ਉਦਰ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬ ਹੂੰ ਮਿਟ ਹੈ ਨਹੀਂ ਦੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਪ ਲੈਣਾ, ਭੱਟ ਸਾਹਿਬਾਂ ਦੇ ਬਚਨ ਹਨ, ਉਹ ਫਿਰ ਕਹਿੰਦੇ ਜੀ ਉਹਨਾਂ ਨੂੰ ਗਰਭ ਜੂਨੀ ਵਿੱਚ ਨਹੀਂ ਆਉਣਾ ਪਿਆ। ਐਸੇ ਉਸਤਤ ਭਰੇ ਬਚਨ ਉਚਾਰੇ। ਮੁੜ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਆਪ ਜੀਆਂ ਦਾ ਜਸ ਨਹੀਂ ਉਚਾਰਨਾ ਆਉਂਦਾ। ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਜੀ ਆਪ ਜੀ ਉਚਾਰ ਕਰਕੇ ਦੱਸੋ, ਫਿਰ ਅਸੀਂ ਉਚਾਰਾਂਗੇ। ਫਿਰ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਆਪਣੇ ਸਰਲੇਖ ਹੇਠ ਸਵਈਏ ਸ੍ਰੀ ਮੁਖ ਬਾਗ ਕੇ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਬਾਣੀ ਉਚਾਰੀ। ਉਪਰੰਤ ਭੱਟਾਂ ਨੇ ਬੇਨਤੀ ਕਰਕੇ ਮਹਾਰਾਜ ਸਾਹਿਬ ਜੀ ਨੂੰ ਬਾਣੀ ਉਚਾਰੀ। ਪੰਜਾਂ ਪਾਤਸ਼ਾਹੀਆਂ ਦਾ ਜਸ ਕੀਤਾ। ਉਪਰੰਤ ਰਾਗ ਰਾਗੀਆਂ ਆਈਆਂ ਤੇ ਇਹਨਾਂ ਨੇ ਵੀ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਵੀ ਇਸ ਸਰੂਪ ਵਿੱਚ ਜਗ੍ਹਾ ਦੇ ਦਿਓ। ਮਹਾਰਾਜ ਨੇ ਉਹਨਾਂ ਦਾ ਵੀ ਸਤਿਕਾਰ ਕੀਤਾ। ਰਾਗਮਾਲਾ ਉਚਾਰੀ। ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਬਾਣੀ ਉਚਾਰੀ। ਨੌਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਾਣੀ ਅਜੇ ਉਸ ਸਰੂਪ ਵਿੱਚ ਨਹੀਂ ਸੀ ਸਾਧ ਸੰਗਤ ਜੀ ਲਿਖੀ ਗਈ। ਉਹ 10ਵੇਂ ਪਾਤਸ਼ਾਹ ਨੇ ਜਿਸ ਸਮੇਂ ਦਮਦਮਾ ਸਾਹਿਬ ਸਰੂਪ ਲਿਖਾਇਆ ਉਦੋਂ ਲਿਖਾਈ ਹੈ ਬਾਣੀ। ਉਸ ਦੇ ਬਾਬਤ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਭਵਿੱਖਤਵਾਜ ਕਰਦੇ ਹਨ, ਜੋ ਅੱਜ ਇਤਿਹਾਸ ਦੀ ਕਥਾ ਵਿੱਚ ਆਵੇਗਾ। ਸਤਿਗੁਰੂ ਸਾਹਿਬ ਜੀ ਨੇ ਜਿਹੜੀ ਇਹ ਸਰੂਪ ਹੈ ਨਾ ਸੰਪੂਰਨ ਕਰ ਲਿਆ। ਭਾਈ ਬੰਨੋ ਜੀ ਨੂੰ ਕਹਿਣ ਲੱਗੇ ਤੇ ਇਸ ਦੀ ਜਿਲਦ ਵਧਾ ਕਰਕੇ ਲਿਆਉਣਾ ਕਰੋ। ਭਾਈ ਬੰਨੋ ਜੀ ਨੇ ਇੱਕ ਇਸ ਦਾ ਉਤਾਰਾ ਕਰਾਇਆ ਜਿਸ ਨੂੰ ਖਾਰੀ ਬੀੜ ਵੀ ਸਾਧ ਸੰਗਤ ਜੀ ਕਿਹਾ ਜਾਂਦਾ ਹੈ। ਭਾਈ ਬੰਨੋ ਜੀ ਨੇ ਬੀੜ ਬਣਵਾ ਕਰਕੇ ਲੈ ਆਂਦੀ ਹੈ। ਮਹਾਰਾਜ ਸਾਹਿਬ ਜੀ ਰਾਮਸਰ ਵਾਲੇ ਸਰੋਵਰ ਵਾਲੇ ਸਥਾਨ ਤੇ ਬੈਠੇ ਹੋਏ ਹਨ। ਉਥੋਂ ਇੱਕ ਕਥਾ ਪ੍ਰਾਰੰਭ ਹੋ ਰਹੀ ਹੈ। ਸੰਮਤ 1661। ਕਵੀ ਜੀ ਇੱਥੇ ਦੱਸਦੇ ਹਨ, ਕਵੀ ਦਾ ਭਾਈ ਸੰਤੋਖ ਸਿੰਘ ਜੀ, ਕਿ ਉਸ ਦੇ ਕਿਹੜਾ ਦਿਨ ਸੀ? ਸੰਮਤ 1661 ਵਾਲਾ ਦਿਨ ਸੀ। ਭਾਦਵ ਕੀ ਸੁਧ ਏਕਮ ਜਾਨਾ। ਭਾਦੋਂ ਦਾ ਮਹੀਨਾ ਸੀ ਤੇ ਸੁਦੀ ਪੱਖ ਦਾ ਚਾਨਣ ਪੱਖ ਦੀ ਏਕਮ ਥਿੱਤ ਸੀ। ਗ੍ਰੰਥ ਸਮਾਵਤ ਸ੍ਰੀ ਗੁਰ ਕੀਨਾ। ਸਤਿਗੁਰੂ ਸਾਹਿਬ ਜੀ ਨੇ ਇਸ ਗ੍ਰੰਥ ਦੀ ਸਮਾਪਤੀ ਕੀਤੀ ਹੈ ਇਸ ਤਰੀਕ ਨੂੰ। ਇਹ ਸਾਧ ਸੰਗਤ ਜੀ ਸੰਮਤ ਤਰੀਕ ਹੈ 57 ਸਾਲ ਜਿਹੜਾ ਈਸਵੀ ਸਾਲ ਕੈਲੰਡਰ ਹੈ ਨਾ ਉਸ ਨਾਲ ਅੱਗੇ ਚੱਲਦਾ ਹੈ। ਮਹਾ ਉਤਸ਼ਾਹ ਗੁਰੂ ਘਰ ਠਾਨ। ਬਹੁਤ ਉਤਸ਼ਾਹ ਬਹੁਤ ਖੁਸ਼ੀਆਂ ਹੋਈਆਂ ਹਨ ਗੁਰੂ ਘਰ ਦੇ ਵਿੱਚ ਜਿਸ ਸਮੇਂ ਇਸ ਗ੍ਰੰਥ ਸੰਪੂਰਨ ਹੋਇਆ ਹੈ। ਸੰਗਤ ਦੇਸ਼ ਵਿਦੇਸ਼ਨ ਕੀ ਸੁਣ। ਸੰਗਤਾਂ ਦੇਸ਼ਾਂ ਕੀ ਵਿਦੇਸ਼ਾਂ ਤੋਂ ਸਾਰੀਆਂ ਸੁਣ ਕਰਕੇ ਸੁਣ ਕੇ ਮਨ ਆਨੰਦ ਦੀਰਘ ਮਨ। ਬੜਾ ਸਾਰੀਆਂ ਸੰਗਤਾਂ ਨੇ ਮਨ ਵਿੱਚ ਬੜਾ ਭਾਰੀ ਆਨੰਦ ਮੰਨਿਆ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਕਲਯੁਗੀ ਜੀਵਾਂ ਦੇ ਤਾਰਨ ਹਿਤ ਐਸਾ ਸਰੂਪ ਜਿਹੜਾ ਹੈ ਨਾ ਲਿਖਵਾਉਣਾ ਕੀਤਾ ਹੈ। ਦੇਖਣ ਆਵਤ ਭਾਉ ਵਧਾਵਤ। ਬਹੁਤ ਹੀ ਮਨ ਦੇ ਵਿੱਚ ਭਾਵਨਾ ਰੱਖ ਕਰਕੇ ਨਾ ਸਿੱਖ ਸੇਵਕ ਮਹਾਰਾਜ ਸਾਹਿਬ ਜੀਆਂ ਦੇ ਦੇਖਣ ਆਉਂਦੇ ਹਨ। ਕੋ ਲਿਖਵਾਵਣ ਕੋ ਹਿਤਵਨ। ਕੋਈ ਤਾਂ ਇਸ ਇੱਛਾ ਵਿੱਚ ਹੈ ਕਿ ਮਹਾਰਾਜ ਸਾਹਿਬ ਜੀਆਂ ਤੋਂ ਜਿਹੜਾ ਸਰੂਪ ਹੈ ਨਾ ਉਸ ਦਾ ਉਤਾਰਾ ਕਰਵਾ ਲੈਣਾ ਹੈ। ਬੜਾ ਪ੍ਰੇਮ ਧਾਰ ਕੇ ਦਰਸ਼ਨ ਕਰਨ ਆਉਂਦੇ ਹਨ ਸਿੱਖ। ਸਿੱਖ ਸੰਗਤ ਸ੍ਰੀ ਗੁਰ ਬੈਠ ਦੀਵਾਨ ਲਗਾਇਓ। ਸਿੱਖ ਸੰਗਤਾਂ ਦੇ ਵਿੱਚ ਸੁਭਾਇਮਾਨ ਸਤਿਗੁਰੂ ਸਾਹਿਬ ਜੀ ਦੀਵਾਨ ਲਾ ਕਰਕੇ ਬੈਠੇ ਹਨ। ਸ੍ਰੀ ਹਰਿਗੋਬਿੰਦ ਪਾਸ ਵਿਰਾਜਤ। ਤੇ ਬਾਲਪਨ ਅਵਸਥਾ ਵਿੱਚ ਸਾਹਿਬ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੀ ਪਾਸ ਹੀ ਬੈਠੇ ਹਨ। ਚੰਦਮਣੋ ਪਰਿਵਾਰ ਸੁਹਾਇਓ। ਮੰਨਣਾ ਕਰੋ ਕਿ ਜਿਵੇਂ ਚੰਦਰਮਾ ਨਾ ਆਪਣੇ ਤਾਰਿਆਂ ਰੂਪੀ ਪਰਿਵਾਰ ਦੇ ਸਮੇਤ ਬੈਠਾ ਸੋਭਾ ਪਾ ਰਿਹਾ ਹੋਵੇ। ਸੀਖ ਲਗੇ ਸਭ ਕੋ ਤਬ ਦੇਵਨਾ। ਤੇ ਸਮੇਂ ਸਤਿਗੁਰੂ ਸਾਹਿਬ ਜੀ ਸਾਰੇ ਆਪਣੇ ਸਿੱਖਾਂ ਸੇਵਕਾਂ ਨੂੰ ਸਿੱਖਿਆ ਦੇਣ ਲੱਗੇ ਹਨ। ਸਿਰ ਭਰਮੋ ਬਚ ਜੋ ਫਰਮਾਇਓ।
ਸਰੇ ਭਰਮ ਬਾਚੋ ਜੋ ਫਰਮਾਇਓ। ਸਤਿਗੁਰੂ ਸਾਹਿਬ ਜੀ ਨੇ ਮੁਕਤੀ ਭਰੇ ਬਚਨ ਸਿੱਖਾਂ ਸੇਵਕਾਂ ਦੇ ਨਾਲ ਇਸ ਪ੍ਰਕਾਰ ਕਹੇ। ਗ੍ਰੰਥ ਜਹਾ ਸੋ ਭੌਜਲ ਕੋ। ਮਹਾਰਾਜ ਕਹਿਣ ਲੱਗੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਿਆ ਹੈ ਨਾ, ਇਹ ਸੰਸਾਰ ਰੂਪੀ ਜਿਹੜਾ ਭਵਜਨ ਸਮੁੰਦਰ ਹੈ। ਤਰ ਜਾ ਸੁਖੈਨ ਜਿਨੀ ਚਿਤ ਲਾਇਓ। ਮਹਾਰਾਜ ਕਹਿਣ ਲੱਗੇ ਜਿਹੜਾ ਇਸ ਦੇ ਬਾਣੀ ਦੇ ਨਾਲ ਚਿੱਤ ਲਾਵੇਗਾ ਨਾ, ਉਹ ਸੁਖੈਨ ਹੀ ਇਹ ਸੰਸਾਰ ਜਿਹੜਾ ਸਮੁੰਦਰ ਹੈ ਇਸ ਤੋਂ ਤਰ ਜਾਵੇਗਾ। ਸ੍ਰੀ ਗੁਰ ਕੇ ਰਸਰੀ ਜੋ। ਮਹਾਰਾਜ ਕਹਿਣ ਲੱਗੇ ਜਿਹੜੇ ਜਿਹੜੇ ਸ਼੍ਰੋਮਣੀ ਸਤਿਗੁਰੂ ਸਾਹਿਬ ਜੀ ਹਨ, ਜਿਨ੍ਹਾਂ ਦਾ ਭਾਵ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਪਣਾ ਦੱਸਦੇ ਜਨ ਕਹਿੰਦੇ ਜਿਹੜਾ ਸਾਡਾ ਸਰੂਪ ਹੈ ਨਾ, ਸਭ ਤਾਣ ਸਮੈ ਸਭ ਨੋ ਨਾ ਦਰਸਾ ਹੋ। ਮਹਾਰਾਜ ਕਹਿੰਦੇ ਜਿਹੜਾ ਸਾਡਾ ਸਰੂਪ ਹੈ ਨਾ, ਇਹ ਹਰ ਸਮੇਂ ਹਰ ਸਥਾਨ ਤੇ ਸਾਡਾ ਸਰੂਪ ਦਰਸ਼ਨ ਨਹੀਂ ਦੇ ਸਕਦਾ। ਗ੍ਰੰਥ ਰਲਾ ਗੁਰ ਕੋ ਇਹੋ ਜਾਣੋ। ਪਰ ਜਿਹੜਾ ਅਸੀਂ ਗ੍ਰੰਥ ਸਾਹਿਬ ਰਚ ਦਿੱਤਾ ਹੈ ਨਾ, ਇਹ ਸਾਡਾ ਹਿਰਦਾ ਹੀ ਜਾਣ ਲਿਓ ਸਿੱਖੋ। ਉਤਮ ਹੈ ਸਭ ਕਾਲ ਰਹੇ ਹੈ। ਇਹ ਸਾਰਿਆਂ ਨਾਲੋਂ ਉੱਤਮ ਹੈ ਤੇ ਹਮੇਸ਼ਾ ਸਦਾ ਲਈ ਰਹੇਗਾ। ਮੇਰੇ ਸਰੂਪ ਤੇ ਜਾਤੋ ਹੈ ਦੀਰਗ। ਮਹਾਰਾਜ ਕਹਿਣ ਲੱਗੇ ਜਿਹੜਾ ਇਹ ਸਰੂਪ ਅਸੀਂ ਰਚਿਆ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ, ਇਹ ਸਾਡੇ ਜਿਹੜਾ ਸਰੀਰ ਹੈ ਇਸ ਨਾਲੋਂ ਵੱਡਾ ਮਹਾਨ ਹੈ। ਸਹਿਬ ਜਾਣ ਅਦਾਬਕ ਕਹਿ। ਸਾਹਿਬ ਜਾਣ ਕੇ ਇਸ ਦਾ ਅਦਬ ਕਰਨਾ ਹੈ ਸਿੱਖੋ ਤੁਸੀਂ। ਪੂਜੋ ਚੰਦਨ ਕੇਸਰ ਕੋ ਘਸ। ਤੇ ਇਸ ਦੀ ਪੂਜਾ ਕਰਨੀ ਹੈ। ਚੰਦਨ ਤੇ ਕੇਸਰ ਆਦਿਕ ਨੂੰ ਰੜਕ ਕਰ ਘਸ ਕਰਕੇ ਨਾ ਛਿਣਕਾਰ ਕਰਨੇ ਹਨ ਚੰਦਨ ਦੇ ਕੇਸਰ ਦੇ। ਧੂਪ ਦਿਖਾਏ ਕੈ ਫੂਲ ਚੜੇ ਹੈ। ਹਾਂ, ਤੇ ਧੂਪ ਦਿਖਾਉਣੀ ਹੈ ਤੇ ਫੁੱਲਾਂ ਦੀਆਂ ਮਾਲਾ ਆਦਿਕ ਵੀ ਚੜਾਉਣੀਆਂ ਹਨ ਐਸੇ ਸਰੂਪ ਨੂੰ। ਜੋ ਲਿਖ ਲੈ ਭਲਾ ਤਬ ਸੁਧ। ਤੇ ਜੇ ਕੋ ਸਿਰਫ ਇਸ ਦਾ ਉਤਾਰਾ ਕਰ ਲਵੇ ਨਾ, ਲਿਖ ਲਵੇ ਭਾਵ ਉਸ ਨੂੰ ਭਲੀ ਪ੍ਰਕਾਰ ਚੰਗੇ ਤਰੀਕੇ ਨਾਲ ਸੋਧਣਾ ਹੈ ਤਾਂ ਕੋਈ ਘਾਟ ਵੱਧ ਨਹੀਂ ਕਰ ਦਿੱਤੀ। ਅੱਖਰ ਸੋ ਲਗ ਕੀ ਚੁਕ ਸਾਏ। ਅੱਖਰ ਕੀ ਮਾਰਿਆ ਕਹਿੰਦੇ ਕੋ ਅੱਖਰ ਜਾਂ ਕੋ ਲਗਾ ਮਾਤਰਾ ਇਹ ਦੇਖਣਾ ਹੈ ਚੰਗੀ ਪਰ ਤਰੀਕੇ ਦੇ ਨਾਲ ਕਿ ਕਿਸੇ ਨੇ ਕੋ ਵੱਧ ਘੱਟ ਨਹੀਂ ਲਿਖ ਦਿੱਤੀ। ਪਾਠ ਸਮਸਤ ਕਰੈ ਬੁੱਧ ਸੋ। ਮਹਾਰਾਜ ਕਹਿਣ ਲੱਗੇ ਕਿ ਜਿਹੜਾ ਇਸ ਦਾ ਪਾਠ ਹੈ ਨਾ ਚੰਗੀ ਬੁੱਧ ਦੇ ਨਾਲ ਕਰਨਾ ਹੈ। ਪਿਕ ਪੂਰਬ ਕੀ ਸਮਲੇ ਤੇ ਬਣਾਈ। ਦੇਖ ਕਰਕੇ ਜਿਹੜਾ ਇਹ ਸਰੂਪ ਛਾਪਿਆ ਹੈ ਨਾ, ਇਸ ਦੇ ਸਮਾਨ ਹੀ ਦੂਸਰਾ ਸਰੂਪ ਰਚਨਾ ਹੈ, ਕੋਈ ਬਾਤ ਘੱਟ ਨਹੀਂ ਕਰਨੀ। ਆਪ ਦੇ ਘਾਟ ਨ ਬਾਦ ਕਰੈ। ਆਪਣੇ ਵੱਲੋਂ ਕਿਸੇ ਵੀ ਸਿੱਖ ਨੇ ਇਸ ਵਿੱਚ ਬਾਤ ਘੱਟ ਨਹੀਂ ਕਰਨੀ, ਕੋਈ ਲਗਾ ਮਾਤਰਾ ਆਪਣੇ ਕੋਲੋਂ ਨਹੀਂ ਜੋੜਨੀਆਂ। ਜੇ ਕਰੇ ਹੋਰ ਮੂਰਖ ਸੋ ਪਛਤਾਏ। ਮਹਾਰਾਜ ਕਹਿੰਦੇ ਜਿਹੜਾ ਕਰੇਗਾ ਨਾ ਉਸ ਉਹ ਮੂਰਖ ਹੋਵੇਗਾ ਤੇ ਉਸ ਨੂੰ ਅੰਤ ਵਿੱਚ ਪਛਤਾਉਣਾ ਹੀ ਪਵੇਗਾ। ਅੱਜ ਕੱਲ ਸਾਧ ਸੰਗਤ ਜੀ ਬਹੁਤ ਯਤਨ ਕਰ ਰਹੇ ਹਨ, ਪਰ ਗੁਰੂ ਕੇ ਸਿੱਖ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਔਰ ਬਣਾਵੇ ਨਵੋ ਨਾ ਲਿਖੈ। ਮਹਾਰਾਜ ਕਹਿੰਦੇ ਹੋਰ ਕੋਈ ਇਸ ਵਿੱਚ ਜਿਹੜਾ ਨਾ ਨਵੀਂ ਨਹੀਂ ਚੀਜ਼ ਬਣਾ ਕਰਕੇ ਲਿਖ ਦੇਣੀ। ਵਿੱਚ ਕਾਵਜ ਰਚੇ ਸੋ ਰਚੋ ਪਰਤ ਕਈ। ਹਾਂ, ਜਿਹੜਾ ਕੋਈ ਕਾਵ ਦੇ ਵਿੱਚ ਮਹਾਰਾਜ ਕਹਿੰਦੀ ਕੋਈ ਇਹ ਨਾ ਹੋਵੇ ਕੋਈ ਆਪਣੇ ਵੱਲੋਂ ਕੋਈ ਰਚਨਾ ਕਾਵ ਦੇ ਵਿੱਚ ਲਿਖ ਕਰਕੇ ਉਹ ਵਿੱਚ ਚੜਾਉਣੀ ਕਰੇ, ਚੜਾਉਣੀ ਨਹੀਂ, ਉਹਨੂੰ ਵੱਖਰੀ ਹੀ ਰੱਖਣਾ ਹੈ। 14 ਦੇ 14 ਲੋਕ ਤੇ ਹੋਏ ਬਲੀ। ਹੁਣ ਭਵਿੱਖ ਦੇ ਵਚਨ ਕਰ ਲੱਗੇ ਹਨ। ਮਹਾਰਾਜ ਕਹਿੰਦੇ ਜਿਹੜਾ 14 ਲੋਕਾਂ ਦੇ ਵਿੱਚ ਜਿਹੜਾ ਸਮਰੱਥ ਅਗਲਾ ਜਿਹੜੇ ਆਉਣ ਵਾਲੇ ਸਤਿਗੁਰੂ ਹੋਣਗੇ ਨਾ, ਬਲ ਕੋ ਜਰ ਜਾਇਰ ਦੇ ਮੈਂ ਜੋਈ। ਜਿਨ੍ਹਾਂ ਵਿੱਚ ਕਹਿੰਦੇ 14 ਲੋਕਾਂ ਨਾਲੋਂ ਵੀ ਵੱਧ ਬਲ ਹੋਵੇਗਾ, ਧਰੇ ਦੇ ਵਿੱਚ ਜਰ ਜਾਣਗੇ ਐਡੀ ਸ਼ਕਤੀ ਹੁੰਦਿਆਂ ਹੋਇਆਂ ਵੀ। ਸੋ ਪ੍ਰਕਾਰ ਕੇ ਕਾਰਨ ਕੋ। ਉਪਕਾਰ ਕੇ ਕਾਰਨ ਕੋ। ਸੋ ਜਿਹੜੇ ਐਸੇ ਸਤਿਗੁਰੂ ਸਾਹਿਬ ਜੀ ਹੋਣਗੇ ਨਾ, ਉਪਕਾਰ ਭਾਵ ਜਿਹੜਾ ਉਪਕਾਰ ਭਾਵ ਕਿਸੇ ਪਰਾਏ ਦੇ ਉਪਕਾਰ ਕਰਨ ਲਈ, ਆਪਣੇ ਤੇ ਨਹੀਂ ਕਿਸੇ ਕਿਸੇ ਬਗਾਨੇ ਦੇ ਧਰਮ ਦੀ ਰੱਖਿਆ ਕਰਨੀ। ਜਿਹੜਾ ਐਸਾ ਜਿਹੜੇ ਪਰਉਪਕਾਰ ਕਰਨਗੇ, ਸਿਰ ਦੇ ਹੋਏ ਸਮੁਖ ਧੀਰ ਤਰੋਈ। ਸਨਮੁਖ ਹੋ ਕਰਕੇ ਆਪਣਾ ਸੀਸ ਦੇ ਦੇਣਗੇ, ਆਪਣੀ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਕਰਨਗੇ। ਭਾਈ ਬੱਚਿਆਂ ਨੂੰ ਸ਼ਾਂਤ ਕਰਾਓ। ਕਥਾ ਸਾਧ ਸੰਗਤ ਜੀਓ ਇਕਾਗਰਤਾ ਦਾ ਵਿਸ਼ਾ ਹੈ, ਇਸ ਪ੍ਰਕਾਰ ਕਥਾ ਨਹੀਂ ਹੋ ਸਕਦੀ। ਆਪਣੀ ਬਣਾਈ ਚੜਾਵੇ 101। ਹਾਂ, ਇੱਕੋ ਇੱਕ ਉਹੀ ਸਤਿਗੁਰੂ ਹੋਣਗੇ ਜਿਹੜੇ ਆਪਣੀ ਬਣਾਈ ਬਾਣੀ ਰਚ ਸਕਣਗੇ, ਇਸ ਵਿੱਚ ਚੜਾ ਸਕਣਗੇ। ਹੋਏ ਸੋ ਨਹਿ ਦੂਸਰ ਕੋਈ। ਐਸਾ ਇਹਨਾਂ ਦੇ ਸਮਾਨ ਕਹਿੰਦੇ ਹੋਰ ਵੀ ਜਿਹੜਾ ਕੋਈ ਨਹੀਂ ਹੋਵੇਗਾ। ਭਾਵ ਨੌਵੇਂ ਪਾਤਸ਼ਾਹ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਤੋਂ ਭਾਵ ਹੈ ਕਿ ਉਹ ਜਿਹੜੇ ਬੜੀ ਸਰੂਪ ਹੋਣਗੇ ਨਾ ਨੌਵੇਂ, ਜਿਹੜੇ ਪਰਾਇਆਂ ਦੇ ਪਰ ਉਪਕਾਰ ਕਰਨ ਲਈ ਨਾ ਆਪਣਾ ਸੀਸ ਦੇ ਦੇਣਗੇ, ਉਹੀ ਇੱਕ ਬਾਣੀ ਚੜਾ ਸਕਣਗੇ। ਇੱਥੇ ਸਤਿਗੁਰੂ ਸਾਹਿਬ ਜੀਆਂ ਨੇ ਛੇਵੇਂ ਪਾਤਸ਼ਾਹ ਨੂੰ ਜਿਹੜੀਆਂ ਧੁਨਾਂ ਚੜਾਉਣ ਦੀ ਵੀ ਆਗਿਆ ਕੀਤੀ ਹੈ, ਜਿਹੜੀਆਂ 9 ਧੁਨਾਂ ਗੁਰਬਾਣੀ ਵਿੱਚ ਚੜੀਆਂ ਹਨ। ਪੂਜੈ ਦੋਇਸ਼ ਧਾਰ ਸੋ ਪੂਜੈ। ਮਹਾਰਾਜ ਕਹਿੰਦੇ ਜਿਹੜਾ ਇਸ ਸਰੂਪ ਦੀ ਇੱਛਾ ਧਾਰ ਕੇ ਜਿਹੜਾ ਪੂਜਾ ਕਰ ਲਵੇਗਾ ਨਾ, ਸ੍ਰੇ ਲਹਿ ਜਮ ਪੀਰ ਨ ਹੋਈ। ਉਹ ਅੰਤ ਨੂੰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਮੁਕਤੀ ਲੈ ਲਵੇਗਾ, ਉਹਨੂੰ ਜਮਾਂ ਦੀ ਪੀੜਾ ਨਹੀਂ ਸਹਿਣੀ ਪਵੇਗੀ। ਵੇਦ ਪੁਰਾਣ ਮਹਾਨ ਮਹਾਤਮ। ਵੇਦਾਂ ਪੁਰਾਣਾਂ ਨੇ ਜਿਹੜਾ ਮਹਾਨ ਮਹਾਤਮ ਹੈ ਨਾ ਦੱਸਿਆ,
ਜਾਏ ਬਖਾਣ ਕਰੈ ਸਮੁਦਾਏ ਸਾਰੇ ਵੇਦ ਪੁਰਾਣ ਜਿਸ ਦਾ ਮਹਾਤਮ ਦੱਸਦੇ ਹਨ ਕਿ ਉਹ ਪਰਮੇਸ਼ਰ ਬੇਅੰਤ ਹੈ। ਅੰਤ ਨ ਪਾਵਤ ਸ਼ੇਸ਼ ਨ ਸਾਰਦ ਜਿਸ ਪਰਮੇਸ਼ਰ ਦਾ ਅੰਤ ਜਿਹੜਾ ਸ਼ੇਸ਼ ਨਾਗ ਦਿਨ ਨੇਤਾ ਪ੍ਰਤੀ ਸਾਧ ਸੰਗਤ ਜੀ ਉਹ ਹਜ਼ਾਰਾਂ ਨਾਮ ਉਚਾਰ ਰਿਹਾ ਹੈ। ਤੇ ਸਾਰਦਾ ਜਿਹੜੀ ਦੇਵੀ ਹੈ ਨਾ, ਜਿਹੜੀ ਬੁੱਧੀ ਦੀ ਦਾਤੀ ਮਨੀ ਹੈ, ਉਹ ਵੀ ਪਰਮੇਸ਼ਰ ਨੂੰ ਬੇਅੰਤ ਕਰਕੇ ਕਹਿ ਰਹੀ ਹੈ। ਨੇਤ ਅਸ਼ੇਸ਼ ਬਤਾਏ ਇਹ ਸਾਰੇ ਪਰਮੇਸ਼ਰ ਨੂੰ ਬੇਅੰਤ ਹੈ ਨੇ, ਇਤਨੇ ਬੇਅੰਤ ਹੈ ਭਾਵ ਬੇਅੰਤ ਕਰਕੇ ਸਲਾਹ ਰਹੇ ਹਨ। ਜੋ ਸਰਬੋਤਮ ਜੋ ਸਰਬਾਇਓ ਜੋ ਜਿਹੜਾ ਮਰਮਾਰੇ ਕਹਿੰਦੇ ਸਾਰਿਆਂ ਤੋਂ ਉਤਮ ਹੈ ਤੇ ਸਾਰਿਆਂ ਦਾ ਆਸਰਾ ਰੂਪ ਹੈ। ਤਾਹੀ ਕੇ ਨਾਮ ਇਸੀ ਮੈਂ ਗਾਏ ਉਸੇ ਪਰਮੇਸ਼ਰ ਦੇ ਨਾਮ ਹੀ ਹਨ ਜਿਹੜੇ ਉਹ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਗਾਏ ਗਏ ਹਨ। ਨਾਮ ਜੋ ਨਾਮੀ ਕੋ ਭੇਦ ਨਹੀਂ ਨਾਮ ਦੇ ਨਾਮੀ ਵਿੱਚ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭੇਦ ਨਹੀਂ ਹੈ। ਵਾਹਿਗੁਰੂ ਜੇ ਕਹੀਏ ਤੇ ਸਾਧ ਸੰਗਤ ਜੀ ਇਹ ਨਾਮ ਹੈ ਤੇ ਵਾਹਿਗੁਰੂ ਪਰਮੇਸ਼ਰ ਨੂੰ ਕਹਿੰਦੇ ਆ। ਇਸੇ ਪ੍ਰਕਾਰ ਜਿਹੜਾ ਪਰਮੇਸ਼ਰ ਹੈ ਤੇ ਪਰਮੇਸ਼ਰ ਦੇ ਨਾਮ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ। ਇਹ ਸੂਰਤ ਸ੍ਰੀ ਕਰਤਾਰ ਸਹਾਏ ਇਹ ਮੂਰਤ ਜਿਹੜੀ ਹੈ ਨਾ ਸ੍ਰੀ ਕਰਤਾਰ ਸੁਭਾਇਮਨ ਪਰਮੇਸ਼ਰ ਦੀ ਮੂਰਤੀ ਹੈ। ਵਾਹੂ ਵਾਹੂ ਬਾਣੀ ਨਿਰੰਕਾਰ ਹੈ। ਐਸੇ ਜਿਹੜੇ ਵਚਨ ਵੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਲਿਖੇ ਨੇ, ਇੱਥੇ ਵੀ ਮਹਾਰਾਜ ਬਚਨ ਕਰ ਰਹੇ ਹਨ ਕਿ ਇਹ ਜਿਹੜੀ ਮੂਰਤ ਹੈ ਨਾ, ਇਹ ਪਰਮੇਸ਼ਰ ਦੀ ਇਹ ਮੂਰਤ ਸੋਭਰੀਕ ਹੋ ਰਹੀ ਹੈ। ਜੇਤਕ ਗ੍ਰੰਥ ਅਦਾਬ ਰੱਖ ਹੈ ਜਿਨੇ ਵੀ ਸਿੱਖ ਮਹਾਰਾਜ ਕਹਿੰਦੇ ਇਸ ਗ੍ਰੰਥ ਸਾਹਿਬ ਦਾ ਅਦਬ ਰੱਖਣਗੇ ਨਾ, ਤੇ ਤਗੀ ਫਲ ਪਾਵਹਿ ਗੋ ਜਿੰਨਾ ਵੀ ਮਹਾਰਾਜ ਸਾਹਿਬ ਜੀ ਦਾ ਸਤਿਕਾਰ ਕਰ ਲੈਣਗੇ, ਅਦਬ ਰੱਖ ਲੈਣਗੇ ਨਾ, ਉਹ ਤੈਸੇ ਹੀ ਜਿੰਨੇ ਮਨ ਭਾਉਂਦੇ ਜਿਹੜੇ ਪਦਾਰਥ ਹਨ ਉਹ ਸਾਰੇ ਫਲ ਪਾ ਲੈਣਗੇ। ਧੂਪ ਤਖਾਏ ਕਸਾਏ ਕੇ ਚੰਦਨ ਕੇਸਰ ਕੋ ਧੂਪ ਨੂੰ ਘਸਾ ਕਰਕੇ ਤੇ ਚੰਦਨ ਆਦਿ ਨੂੰ ਜਿਹੜਾ ਰਗੜ ਕਰਕੇ, ਕੇਸਰ ਕੋ ਅਰਜਾਵਹਿ ਗੋ ਚੰਦਨ ਤੇ ਕੇਸਰ ਨੂੰ ਰਗੜ ਕਰਕੇ ਇਸ ਉੱਤੇ ਛਣਕਾ ਕਰਨਗੇ। ਭਾਵਨੀ ਤਾਰ ਕੇ ਚਾਹੇ ਉਮਹਤ ਤੇ ਬੜੀ ਭਾਵਨਾ ਰੱਖ ਕੇ ਮਨ ਵਿੱਚ ਜੈਸੀ ਵੀ ਕੋ ਉਹਨਾਂ ਦੇ ਮਾਂ ਹੈ ਨਾ, ਇੱਛਾ ਜਿਹੜੀ ਧਾਰ ਕੇ ਮਯੋ ਪ੍ਰਤੀ ਦਰਸਾਵਹਿ ਗੋ ਦਿਓਸ ਪ੍ਰਤੀ ਦਰਸਾਵਾਂਗੇ। ਮਹਾਰਾਜ ਕਹਿੰਦੇ ਨਿਤਾ ਪ੍ਰਤੀ ਜਿਹੜੇ ਮਹਾਰਾਜ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਜਿਹੜੇ ਨਿਤਾ ਪ੍ਰਤੀ ਦਰਸ਼ਨ ਕਰਨਗੇ। ਪਾਠ ਕਰੇ ਕੇ ਸੁਣੇ ਮਨ ਏਕ ਹੈ ਮਹਾਰਾਜ ਕਹਿੰਦੇ ਜੇ ਕੋਈ ਇਸ ਗੁਰਬਾਣੀ ਦਾ ਪਾਠ ਕਰੇ ਨਾ ਤੇ ਸੁਣੇ ਇੱਕ ਮਨ ਹੋ ਕਰਕੇ, ਹੀ ਉਪਦੇਸ਼ ਬਸਾਵਹਿ ਤੇ ਗੋ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਨਾ ਇਹ ਆਪਣੇ ਹਿਰਦੇ ਵਿੱਚ ਵਸਾ ਲੈਣਗੇ। ਦੇਖਦੇ ਹੀ ਕਰ ਜੋਰ ਦੋ ਜਿਸ ਸਮੇਂ ਮਹਾਰਾਜ ਸਾਹਿਬ ਜੀ ਦਾ ਸਰੂਪ ਆਉਂਦਾ ਹੋਵੇ ਨਾ, ਉਹਨੂੰ ਦੇਖ ਕਰਕੇ ਦੋਵੇਂ ਹੱਥ ਜੋੜ ਕਰਕੇ ਮਨ ਨਿਮਰਤ ਹੈ ਸੀਸ ਨਵਾਵਹਿ ਤੇ ਗੋ ਮਨ ਵਿੱਚ ਬਹੁਤ ਹੀ ਨਿਮਰਤਾ ਧਾਰ ਕੇ ਜਿਹੜਾ ਸਤਿਗੁਰੂ ਸਾਹਿਬ ਜੀ ਨੂੰ ਸੀਸ ਨਵਾਵੇਗਾ ਔਰ ਕੋ ਉਪਦੇਸ਼ ਕਰੈ ਤੇ ਆਪ ਬਾਣੀ ਪੜ੍ਹੇ ਤੇ ਹੋਰਾਂ ਨੂੰ ਇਸ ਗੁਰਬਾਣੀ ਦੇ ਪ੍ਰਥਾਏ ਉਪਦੇਸ਼ ਦਵੇ। ਲਿਖ ਆਪ ਸੇ ਕੋ ਲਖਾਵਹਿ ਗੋ ਆਪ ਉਪਦੇਸ਼ ਦੇ ਕੇ ਆਪ ਬਿਨਾਂ ਲਿਖਣਾ ਕਰੇ, ਬਾਣੀ ਦਾ ਉਤਾਰੇ ਕਰਾਉਣਾ ਕਰੇ ਤੇ ਕਿਸੇ ਨੂੰ ਉਪਦੇਸ਼ ਦੇ ਕਰਕੇ ਲਿਖਾਉਣਾ ਕਰੇ। ਪ੍ਰੇਮ ਕਰੈ ਘਰ ਮੈਂ ਅਸਥਾਪੈ ਤੇ ਬੜੇ ਪ੍ਰੇਮ ਦੇ ਸਾਥ ਆਪਣੇ ਘਰ ਵਿੱਚ ਸਰੂਪ ਦੀ ਸਥਾਪਨਾ ਕਰੇ। ਪਾਠ ਸੁਣੇ ਹਰ ਖਾਵਹਿ ਗੋ ਤੇ ਇਸ ਦਾ ਪਾਠ ਕਰੇ ਤੇ ਸੁਣ ਕਰਕੇ ਪ੍ਰਸੰਨ ਹੋਵੇ। ਜੋ ਜਗ ਬੰਧਨ ਛੇਦਣ ਕੈ ਨਰ ਜਿਹੜਾ ਮਹਾਰਾਜ ਕਹਿੰਦੇ ਐਸਾ ਮਨੁੱਖ ਹੈ ਨਾ ਜਿਹੜਾ ਇੰਨੀ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਸੇਵਾ ਕਰੇਗਾ, ਉਹ ਜਿਹੜਾ ਨਰ ਹੈ ਨਾ ਇਹ ਜਗ ਦੇ ਜਿਹੜੇ ਬੰਧਨ ਹੈ ਉਹਨਾਂ ਨੂੰ ਕੱਟ ਕਰਕੇ ਅੰਤ ਕਦੀ ਸੁਭ ਪਾਵਹਿ ਗੋ ਅੰਤ ਨੂੰ ਜਿਹੜੀ ਸ਼ੁਭ ਗਤੀ ਹੈ ਨਾ ਉਸ ਨੂੰ ਪ੍ਰਾਪਤ ਹੋ ਜਾਵੇਗਾ। ਉਹਨੂੰ ਜਮਾਂ ਦੀ ਪੀੜਾ ਨਹੀਂ ਸਹਿਣੀ ਪਵੇਗੀ। ਕਾਰਜੋ ਸੰਪੂਰਨ ਬਾਸ਼ਤ ਜਿਹੜੇ ਵੀ ਮਹਾਰਾਜ ਕਹਿੰਦੇ ਜਿਹੜੇ ਮਨ ਦੀਆਂ ਇੱਛਾ ਵਾਲੇ ਕਾਰਜ ਹੋਣਗੇ ਉਹਦੇ ਸਾਰੇ ਸੰਪੂਰਨ ਹੋ ਜਾਣਗੇ। ਪਾਠ ਕਰੇ ਕੇ ਕਰਾਵਹਿ ਗੋ ਜੇ ਕੋਈ ਸਿੱਖ ਆਪ ਪਾਠ ਕਰੇ ਤੇ ਜਾਂ ਕਿਸੇ ਪਾਠੀ ਸਿੰਘ ਨੂੰ ਕਰਾਉਣਾ ਕਰੇ, ਪਾਠ ਪਰੇ ਕਰਵਾਏ ਤਿਹਾਵਲ ਤੇ ਪਾਠ ਦੀ ਜੇ ਸਮੇਂ ਸਮਾਪਤੀ ਹੋਵੇ ਨਾ ਭੋਗ ਪਵੇ ਤੇ ਇਸ ਸਮੇਂ ਕੜਾਹ ਪ੍ਰਸ਼ਾਦੀ ਦੇ ਕੇ ਕਰਾਉਣੀ ਕਰੇ। ਆਪ ਕਰੋ ਹੋਇ ਜਾਵਹਿ ਗੋ ਤੇ ਆਪ ਹੱਥ ਜੋੜ ਕਰਕੇ ਨਿਮਰਤਾ ਧਾਰ ਕੇ ਸਤਿਗੁਰੂ ਸਾਹਿਬ ਜੀਆਂ ਦੇ ਸਮਾਪਤੀ ਜੋ ਭੋਗ ਦੀ ਸਮਾਪਤੀ ਤੇ ਹੱਥ ਜੋੜ ਕਰਕੇ ਖਲੋ ਜਾਵੇ ਸਨਮੁਖ। ਹਾਥ ਕਜੋਰ ਕਰੈ ਅਰਦਾਸ ਤੇ ਦੋਵੇਂ ਹੱਥਾਂ ਨੂੰ ਜੋੜ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਾਠ ਦੀ ਸਮਾਪਤੀ ਨੂੰ ਅਰਦਾਸ ਕਰੇ। ਮਨੋਰਥ ਕੋ ਮਨ ਲਜਾਵਹਿ ਗੋ ਜਿਹੜੇ ਮਨ ਵਿੱਚ ਮਨੋਰਥ ਲਿਆਵੇਗਾ ਨਾ ਕਿ ਮਹਾਰਾਜ ਮੈਨੂੰ ਆਹ ਚੀਜ਼ ਬਖਸ਼ ਦਿਓ, ਕਹੋ ਨਾ ਕਹੇ ਕਹੋ ਤੇ ਪੂਰਨ ਹੈ ਕਹੋ ਨਾ ਕਹੋ ਤੇ ਪੂਰਨ ਹੈ ਮਹਾਰਾਜ ਕਹਿੰਦੇ ਕਿਉਂ ਨਾ ਕਹੋ ਤੇ ਇਹ ਪੂਰਨ ਹੋਇਆ। ਮਹਾਰਾਜ ਕਹਿੰਦੇ ਕਿਉਂ ਨਾ ਉਸ ਦੇ ਕਾਰਜ ਫਿਰ ਪੂਰੇ ਹੋ ਜਾਣਗੇ ਜਿਹੜਾ ਇੰਨੀ ਭਾਵਨਾ ਰੱਖ ਕੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਕਰੇਗਾ, ਪਾਠ ਕਰਵਾਉਣਾ ਕਰੇਗਾ। ਚਿਤ ਚਾਹਤ ਜੋ ਨਰ ਪਾਵਹਿ ਗੋ ਚਿੱਤ ਵਿੱਚ ਜੋ ਵੀ ਮਹਾਰਾਜ ਕਹਿੰਦੇ ਚਾਹਵੇਗਾ ਨਾ ਉਹ ਮਨੁੱਖ ਉਸ ਨੂੰ ਪ੍ਰਾਪਤ ਹੋ ਜਾਵੇਗਾ ਜਿਹੜਾ ਇੰਨੀ ਭਾਵਨਾ ਸ਼ਰਧਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀਆਂ ਦਾ
ਪਾਠ ਕਰਾਵੇਗਾ। ਸ੍ਰੀ ਸਿੱਖ ਸਰੀਰ ਤਜੈ ਤਿਸ ਪਿਛ ਜੇ ਹੈ ਕੋਈ ਸਿੱਖ ਆਪਣਾ ਸਰੀਰ ਛੱਡ ਜਾਵੇ ਨਾ, ਗ੍ਰੰਥ ਕੋ ਪਾਠ ਕਰਾਵਹਿਗੋ। ਉਸ ਦੇ ਪਿੱਛੇ ਭਾਵ ਕਿਸੇ ਪੁਰਾਣੀ ਦੀ ਚੜ੍ਹਾਈ ਕਰਨ ਤੋਂ ਉਸ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਖੰਡ ਜਾਪ ਕਰਾਵੇ। ਕੋਸ਼ਿਸ਼ ਕੋ ਅਰਪੈ ਤਬ ਪਾਠਕ। ਤੇ ਜਿਹੜਾ ਪਾਠੀ ਸਿੱਖ ਹੋਵੇ ਨਾ, ਉਸ ਨੂੰ ਜਿਹੜੇ ਸੁੰਦਰ ਪਿਸ਼ਾਕੇ ਵਸਤਰ ਆਦਿ ਭੇਟ ਕਰੇ। ਭੋਜਨ ਚਾਰ ਖਿਲਾਵਹਿਗੋ। ਤੇ ਸਿੱਖ ਸੰਗਤਾਂ ਲਈ ਜਿਹੜਾ ਨਾ ਸੁੰਦਰ ਭੋਜਨ ਬਣਾ ਕਰਕੇ ਛਕਾਵੇ ਸਿੱਖਾਂ ਸੇਵਕਾਂ ਨੂੰ। ਔਰ ਜਥਾ ਸ਼ਕਤੀ ਤਾ ਸੇਵ ਹੈ। ਹੋਰ ਵੀ ਜਿੰਨੀ ਮਾਰੇ ਕਹਿੰਦੇ ਉਹਦੇ ਕੋਲ ਸਰਦਾ ਪੁੱਜਦਾ ਹੈ ਨਾ, ਸੇਵਾ ਕਰੇ। ਲਜਾਏ ਕਰਾਵੋ ਬਤਾਵਹਿਗੋ। ਲਿਆ ਕਰਕੇ ਕਿਹੜਾ ਵਰਤਾਉਣਾ ਕਰੇ। ਸੋ ਸਿੱਖ ਹੋਏ ਸਖੈਨ ਮਹਾਨ। ਜਿਹੜਾ ਉਹ ਪੁਰਾਣੀ ਚੜ੍ਹਾਈ ਕੀਤਾ ਹੋਇਆ ਹੈ ਨਾ, ਜਿਸ ਪਿੱਛੋਂ ਇੱਥੇ ਖੰਡ ਜਾਪ ਹੋਣਗੇ ਤੇ ਕੜਾਹ ਲੱਗਦੀਆਂ ਦੇਗਾ ਸਿੱਖਾਂ ਵਿੱਚ ਵਰਤਣਗੀਆਂ, ਉਹ ਜਿਹੜਾ ਪੁਰਾਣੀ ਹੈ ਨਾ ਬੜਾ ਪ੍ਰਸੰਨ ਹੋਵੇਗਾ, ਬੜਾ ਖੁਸ਼ ਹੋਵੇਗਾ ਪਰਲੋਕ ਵਿੱਚ। ਪਰ ਲੋਕ ਬਕੈ ਹਰ ਖਾਵਹਿਗੋ। ਮਾਰੇ ਕਹਿੰਦੇ ਉਹ ਬੜਾ ਖੁਸ਼ ਹੋਵੇਗਾ ਕਿ ਮੇਰੇ ਨਵੇਂ ਤੱਕ ਖੰਡ ਜਾਪ ਹੋਏ ਹਨ ਪਿਛੇ। ਔਰ ਕਹਾਂ ਲੱਗ ਜੇ ਜਗ ਕਾਰਜ। ਮਾਰੇ ਕਹਿੰਦੇ ਹੁਣ ਕਿੱਥੇ ਤੱਕ ਦਸੀਏ ਸਿੱਖੋ ਜਿਹੜੇ ਜਗ ਦੇ ਕਾਰਜ ਹਨ। ਪਾਠ ਕਰੇ ਸਿਧ ਹੋਵਹਿਗੇ। ਜੇ ਕੋ ਪਾਠ ਕਰੇ ਤੇ ਜਾਂ ਕਰਵਾਉਣਾ ਕਰੇ, ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਹੀ ਸਿੱਧ ਹੋ ਜਾਣਗੇ, ਪੂਰੇ ਹੋ ਜਾਣਗੇ। ਸੰਤ ਮਹਤ ਚਹ ਨਹਿ ਜੋ। ਜਿਹੜੇ ਮਹਾਤਮਾ ਜਨ ਜਿਹੜੇ ਦੁਨਿਆਵੀ ਕਾਰਜ ਨਹੀਂ ਵੀ ਚਾਹੁੰਦੇ ਹਨ। ਪਟ ਪ੍ਰੇਮ ਕਰੇ ਪ੍ਰਭ ਜੋ ਵਹਿਗੋ। ਮਹਾਰਾਜ ਕਹਿੰਦੇ ਜਿਹੜੇ ਪ੍ਰੇਮ ਦੇ ਸਹਿਤ ਇਸ ਦਾ ਪਾਠ ਕਰਨਗੇ ਨਾ, ਉਹਨਾਂ ਨੂੰ ਪਰਮੇਸ਼ਰ ਦੇ ਦਰਸ਼ਨ ਵੀ ਹੋ ਜਾਵਣਗੇ। ਦਿਓ ਸਮਿਸਾ ਸਿਮਰੈ ਸਤਨਾਮ। ਨੇਤਾ ਪ੍ਰਤੀ ਦਿਨ ਰਾਤ ਹੀ ਮਹਾਰਾਜ ਕਹਿੰਦੇ ਜੇ ਕੋ ਸਤਨਾਮ ਵਾਹਿਗੁਰੂ ਉਚਾਰੇ ਨਾ, ਸਿਮਰਨ ਕਰੇ। ਤੇ ਗ੍ਰੰਥ ਪਠੇ ਆਪ ਅਗੋ ਕੋ ਵਹਿਗੋ। ਤੇ ਜਾਂ ਮਹਾਰਾਜ ਕਹਿੰਦੇ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਲਵੇ ਨਾ, ਉਹਦੇ ਸਾਰੇ ਪਾਪ ਹੀ ਨਾਸ਼ ਹੋ ਜਾਵਣਗੇ। ਅੰਤ ਸਮੈ ਜਮ ਕੋ ਨਾ ਪਿਖੈ। ਅੰਤ ਸਮੇਂ ਮਹਾਰਾਜ ਕਹਿੰਦੇ ਉਹਨਾਂ ਨੂੰ ਜਾਮਾਂ ਨੂੰ ਨਹੀਂ ਦੇਖਣਾ ਪਵੇਗਾ। ਮਿਲ ਆਏ ਹਮੈ ਸੋ ਅਲੋ ਵਹਿਗੋ। ਮਹਾਰਾਜ ਕਹਿੰਦੇ ਉਹ ਤਾਂ ਆਣ ਕਰਕੇ ਨਾ ਅੰਤ ਸਮੇਂ ਨੂੰ ਜਿਹੜਾ ਇਹਨੇ ਭਾਵਨੀ ਦੇ ਨਾਲ ਗੁਰਬਾਣੀ ਪੜ੍ਹਦਾ ਹੈ ਸਿੱਖ, ਉਹ ਅੰਤ ਸਮੇਂ ਸਾਡੇ ਆ ਕੇ ਦਰਸ਼ਨ ਕਰ ਲਵੇਗਾ, ਉਹਨੂੰ ਜਾਮਾਂ ਦੇ ਜਿਹੜਾ ਮੁਖ ਨਹੀਂ ਦੇਖਣਾ ਪਵੇਗਾ। ਦੋਹਰਾ ਬੈਠੇ ਸ੍ਰੀ ਗੁਰੂ ਰਾਮ ਸਰ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬੈਠੇ ਹੋਏ ਨੇ ਰਾਮਸਰ ਵਾਲੇ ਸਰੋਵਰ ਵਾਲੇ ਸਥਾਨ ਤੇ। ਬੰਨੋ ਆਇਓ ਗ੍ਰੰਥ। ਭਾਈ ਬੰਨੋ ਜੀ ਜਿਹੜੇ ਹਨ ਜਿਹੜਾ ਗ੍ਰੰਥ ਸਾਹਿਬ ਦੀ ਬੀੜ ਬਣਵਾ ਕਰਕੇ ਲਾਹੌਰ ਤੋਂ ਲੈ ਆਏ ਹਨ। ਕਹਾ ਮਹਾਤਮ ਇਹ ਕਹਿਓ। ਉਸ ਸਥਾਨ ਤੇ ਬੈਠ ਕਰਕੇ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਗੁਰਬਾਣੀ ਦਾ ਮਹਾਨ ਮਹਾਤਮ ਹੈ ਨਾ ਉੱਥੇ ਕਿਹਾ ਹੈ। ਦੀਨ ਸੀਖ ਨਿਜ ਪੰਥ। ਹਾਂ ਮਹਾਰਾਜ ਜੀ ਨੇ ਆਪਣੇ ਜਿਹੜਾ ਸਿੱਖੀ ਪੰਥ ਹੈ ਨਾ, ਇਸ ਨੂੰ ਸਿੱਖਿਆ ਦੇਣ ਲਈ ਕਿ ਸਿੱਖੋ ਭਾਈ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ। ਇਹ ਸਿੱਖਿਆ ਮਹਾਰਾਜ ਤਾਂ ਜਾਣਦੇ ਹਨ, ਮਹਾਰਾਜ ਨੇ ਸਿੱਖਾਂ ਨੂੰ ਸਿੱਖਿਆ ਦੇਣ ਲਈ ਨਾ ਇਹ ਸਾਰੇ ਬਚਨ ਉੱਥੇ ਕਹੇ ਹਨ। ਚੌਪਈ ਤਿਆਰ ਭਇਓ ਜਬ ਜਿਤ ਬੰਧਾਈ। ਜਿਸ ਸਮੇਂ ਮਹਾਰਾਜ ਸਾਹਿਬ ਜੀ ਦਾ ਸਰੂਪ ਤਿਆਰ ਹੋ ਗਿਆ ਹੈ ਨਾ, ਜਿਲਤ ਬਣਾ ਕਰਕੇ। ਬੁੱਢੇ ਸੋ ਗੁਰ ਗਿਰਾ ਅਲਾਈ। ਤੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ। ਕਹੋ ਗ੍ਰੰਥ ਸਾਹਿਬ ਕਿਸ ਥਾਨਾ। ਪੁੱਛਣ ਲੱਗੇ ਮਹਾਰਾਜ ਸਾਹਿਬ ਜੀ ਸਿੱਖਾਂ ਸੇਵਕਾਂ ਦਾ ਮਹਾਰਾਜ ਐਸਾ ਸਤਿਕਾਰ ਰੱਖਦੇ ਹਨ। ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਦੱਸੋ ਜਿਹੜਾ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਨਾ, ਇਹ ਕਿਸ ਸਥਾਨ ਤੇ ਨਿਤ ਸੋਭੇ ਜਾ ਮਹਿਲ ਮਹਾਨਾ। ਕਿੱਥੇ ਬਾਬਾ ਜੀ ਬੁੱਢਾ ਸਾਹਿਬ ਜੀ ਨੂੰ ਪੁੱਛਣ ਲੱਗੇ ਮਹਾਰਾਜ ਕਿੱਥੇ। ਮਹਾਰਾਜ ਕਹਿਣ ਲੱਗੇ ਕਿੱਥੇ ਸੁਭਾਇਮਾਨ ਕਰੀਏ ਜਿਹੜਾ ਮਹਾਰਾਜ ਸਾਹਿਬ ਜੀ ਦਾ ਸਰੂਪ ਹੈ ਨਾ ਬੜਾ ਸ਼ੋਭਾ ਪਾਵੇ। ਹੱਥ ਜੋੜ ਤਨ ਦਵੇ ਬਖਨ। ਸਿੱਖਾਂ ਦੀ ਨਿਮਰਤਾ ਵੇਖੋ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਸ੍ਰੀ ਗੁਰ ਤੁਮ ਤੇ ਕੌਣ ਸਿਆਨੋ। हे ਸ਼੍ਰੋਮਣੀ ਸਤਿਗੁਰੂ ਸਾਹਿਬ ਜੀਓ, ਮਹਾਰਾਜ ਜੀ ਆਪ ਜੀ ਤੋਂ ਕੌਣ ਹੈ ਜਿਹੜਾ ਸਿੱਖ ਜਿਹੜਾ ਸਿਆਣਾ ਹੈ। ਤੋ ਸੁਣੋ ਸਰ ਸੁਧਾ ਮਝਾਰਾ। ਪਰ ਮਹਾਰਾਜ ਜੀ ਆਪ ਜੀ ਮੈਨੂੰ ਫਿਰ ਵੀ ਪੁੱਛਦੇ ਆ ਤਾਂ ਮੇਰੀ ਬੇਨਤੀ ਹੈ ਜਿਹੜਾ ਅੰਮ੍ਰਿਤ ਜਲ ਦੇ ਵਿੱਚ ਜਿਹੜਾ ਸਥਾਨ ਬਣਿਆ ਹੈ ਨਾ ਹਰਮੰਦਰ ਸਾਹਿਬ ਵਾਲਾ, ਹਰ ਮੰਦਰ ਸੁੰਦਰ ਦਰਬਾਰ। ਜਿਹੜਾ ਹਰਮੰਦਰ ਸਾਹਿਬ ਜੀ ਵਾਲਾ ਸੁੰਦਰ ਦਰਬਾਰ ਬਣਿਆ ਹੋਇਆ ਹੈ ਜਲ ਦੇ ਵਿੱਚ, ਸਦਾ ਸਤਾਪਨ ਗਿਣਤ ਜੋ ਲਾਇਕ। ਮਹਾਰਾਜ ਉਹ ਜਿਹੜਾ ਸਥਾਨ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨ ਦੇ ਬਿਲਕੁਲ ਯੋਗ ਹੈ। ਸੋ ਬੈਗੋ ਏਮਾ ਤਹਾਂ ਸੁਭਾਇਕ। ਬੜਾ ਮਹਾਰਾਜ ਜੀ ਉੱਥੇ ਪ੍ਰਕਾਸ਼ ਕੀਤਾ ਸੋਭੇਗਾ। ਸਹਿਜਾ ਸੇਸ ਸਮੁੰਦਰ ਮੰਝਾਰੇ। ਮਹਾਰਾਜ ਜੀਓ ਇਸ ਪ੍ਰਕਾਰ ਜਾਣੋ ਕਿ ਜਿਵੇਂ ਸਮੁੰਦਰ ਦੇ ਵਿੱਚ ਸ਼ੇਸ਼ਨਾਗ ਦੀ ਜਿਹੜੀ ਸੇਜਾ ਹੈ ਨਾ, ਜਥਾ ਸੇਕ ਸਾਈ ਸ਼ਬ ਥਾਰੇ। ਜਿਹੜਾ ਸ਼ੇਸ਼ਨਾਗ ਜਿਹੜਾ ਹੈ ਨਾ ਸੱਪ, ਉਸ ਦੀ ਸੇਜਾ ਉਹਦਾ ਮਾਲਕ ਕੌਣ ਹੈ? ਵਿਸ਼ਨੂੰ। ਜਿਸ ਪ੍ਰਕਾਰ ਵਿਸ਼ਨੂੰ ਉਹਦੀ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਪਿਆ ਸੋਭਦਾ ਹੈ। ਮਨੋਂ ਬੀਜ ਬੈਕੁੰਠ ਜੋ ਮੰਦਰ। ਮੰਨਣਾ ਕਰੋ ਮਹਾਰਾਜ ਜੀ ਜਿਵੇਂ ਬੈਕੁੰਠ ਦੇ ਵਿੱਚ ਜਿਹੜਾ ਮੰਦਿਰ ਹੈ ਨਾ,
ਵਿਸ਼ਨ ਬਰਾਜੇ ਸਭ ਸੋ ਅੰਦਰ ਉਸ ਦੇ ਅੰਦਰ ਜਿਹੜਾ ਵਿਸ਼ਨੂੰ ਬਰਾਜ ਕਰਕੇ ਸੋਭਾ ਪਾਉਂਦਾ ਹੈ ਨਾ, ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਦਾ ਜਿਹੜਾ ਬਣਾਇਆ ਹੋਇਆ ਹਰਮੰਦਰ ਸਥਾਨ ਹੈ ਨਾ, ਇਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਜਿਹੜਾ ਸਰੂਪ ਹੈ ਨਾ, ਉਹ ਸੁਭਾਇਮਾਨ ਕੀਤਾ ਸੋਭਾ ਪਾਵੇਗਾ। ਦ੍ਰਿਸ਼ਟਾਂਤ ਏਕਮ ਹੀ ਸਮਝਣਾ। ਸੁਰਤ ਪ੍ਰਸੰਨ ਗੁਰੂ ਬਹੁ ਭਏ ਸੁਣ ਕਰਕੇ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਮਹਾਰਾਜ ਸਾਹਿਬ ਜੀ ਬੜੇ ਪ੍ਰਸੰਨ ਹੋਏ ਹਨ। ਜਸਾ ਜੋਗੇ ਨ ਵਰਣਨ ਤੇ ਕਹੇ ਮਨ ਵਿੱਚ ਵਿਚਾਰਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਹਨ ਨਾ, ਇਹ ਬਿਲਕੁਲ ਜੋਗ ਸ਼ਬਦ ਹਨ, ਬਿਲਕੁਲ ਸੱਚ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੇ। ਬਰਿਓ ਸੁਧਾਸਰ ਬਿਜ ਹਰ ਮੰਦਰ ਜਿਹੜਾ ਅੰਮ੍ਰਿਤ ਸਰੋਵਰ ਹੈ ਨਾ, ਇਸ ਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਸੋਭਣੀਕ ਹੋ ਰਿਹਾ ਹੈ। ਏਮ ਸੰਗ ਨਹੀਂ ਤਰਲੋਕੀ ਅੰਦਰ ਸਤਿਗੁਰੂ ਸਾਹਿਬ ਜੀ ਦੇਖੋ ਮਹਿਮਾ ਦੇ ਬਚਨ ਕਰਦੇ ਮਹਾਰਾਜ ਕਹਿੰਦੇ ਇਹਦੇ ਸਮਾਨ ਨਾ ਤਿੰਨਾਂ ਲੋਕਾਂ ਵਿੱਚ ਐਸਾ ਸਥਾਨ ਨਹੀਂ ਹੈ। ਇਸੇ ਕਰਕੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਹੈ ਨਾ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਮਹਾਰਾਜ ਸਾਹਿਬ ਨੇ ਬਚਨ ਕੀਤੇ ਹਰਮੰਦਰ ਸਾਹਿਬ ਜੀ ਵਰਗਾ ਜਿਹੜਾ ਸਥਾਨ ਹੈ ਤਿੰਨਾਂ ਲੋਕਾਂ ਵਿੱਚ ਸਾਧ ਸੰਗਤ ਜੋ ਕਿਤੇ ਨਹੀਂ ਹੈ। ਸਦਾ ਗ੍ਰੰਥ ਸਾਹਿਬ ਸੁਬਰਜਿਓ ਐਸੇ ਹੀ ਮਹਾਰਾਜ ਕਹਿੰਦੇ ਜਿਹੜੇ ਤਿੰਨਾਂ ਲੋਕਾਂ ਵਿੱਚ ਸੋਭਣੀਕ ਹਰਮੰਦਰ ਸਾਹਿਬ ਹੈ, ਐਸਾ ਹੀ ਜਿਹੜਾ ਸਰੂਪ ਹੈ ਨਾ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਉਹ ਵੀ ਇੰਨਾ ਹੀ ਮਹਾਨ ਹੈ। ਸਰਬੋਤਮ ਹਰ ਨਾਮ ਹੈ ਕਜੋ ਸਾਰਿਆਂ ਤੋਂ ਮਹਾਰਾਜ ਕਹਿੰਦੇ ਉਤਮ ਹੈ। ਤੇ ਹਰੀ ਦਾ ਜਿਹੜਾ ਨਾਮ ਹੈ ਨਾ, ਇਸ ਵਿੱਚ ਜੜਿਆ ਹੋਇਆ ਭਾਵ ਇਸ ਵਿੱਚ ਪਰਮੇਸ਼ਰ ਦੇ ਨਾਮ ਲਿਖਿਆ ਹੋਇਆ ਹੈ। ਉਚਿਤ ਮੇਲ ਦੋਨੋਂ ਕੋ ਬਣੇ ਇਸੇ ਪ੍ਰਕਾਰ ਮਹਾਰਾਜ ਕਹਿਣ ਲੱਗੇ ਹਰਮੰਦਰ ਸਾਹਿਬ ਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇਹਨਾਂ ਦੋਵਾਂ ਦਾ ਉਚਿਤ ਮੇਲ ਹੈ ਇੱਕੋ ਸਥਾਨ ਤੇ। ਨਿਸਬਾਸਰ ਹਰ ਕੀਰਤਨ ਬਣੇ ਜਿਸ ਸਥਾਨ ਤੇ ਮਹਾਰਾਜ ਕਹਿੰਦੇ ਹਰਮੰਦਰ ਸਾਹਿਬ ਵਾਲੇ ਸਥਾਨ ਦੇ ਉੱਤੇ ਨਾ ਦਿਨ ਰਾਤ ਹੀ ਕੀਰਤਨ ਹੁੰਦਾ ਹੋਵੇ। ਅੱਜ ਵੀ ਸਾਧ ਸੰਗਤ ਜੀ ਐਸੀ ਮਰਿਆਦਾ ਹੈ, ਦਿਨ ਰਾਤ ਹੀ ਉੱਥੇ ਬਾਣੀ ਪੜ੍ਹੀ ਜਾਂਦੀ ਹੈ। ਸੁਣ ਗੁਰਦਾਸ ਜੋ ਬਾਗ ਹਮਾਰੇ ਇਸ ਪ੍ਰਕਾਰ ਸਤਿਗੁਰੂ ਸਾਹਿਬ ਦੇ ਨੇ ਮਨ ਵਿੱਚ ਵਿਚਾਰ ਕੇ ਨਾ ਭਾਈ ਗੁਰਦਾਸ ਸਾਹਿਬ ਜੀ ਲਾਗੇ ਸਨ ਤੇ ਇਹਨਾਂ ਨੂੰ ਕਹਿਣ ਲੱਗੇ, ਹੇ ਭਾਈ ਗੁਰਦਾਸ ਮੇਰੇ ਬਚਨ ਸੁਣੋ। ਸ੍ਰੀ ਗੁਰੂ ਰਾਮਦਾਸ ਦਰਬਾਰੇ ਜਿਹੜਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸੁਭਾਇਮਾਨ ਕੀਤਾ ਹੋਇਆ ਨਾ ਸੁੰਦਰ ਸਥਾਨ ਹਰਮੰਦਰ ਸਾਹਿਬ ਵਾਲਾ, ਦਿਨ ਪ੍ਰਤ ਵਧੈ ਸਮਾਜ ਵਡੇਰੇ ਮਹਾਰਾਜ ਕਹਿੰਦੇ ਉੱਥੇ ਦਿਨ ਨਿਤਾ ਵਰਤੀ ਨਾ ਦਿਨੋਂ ਦਿਨ ਜਿਹੜਾ ਉਸ ਦਾ ਸਮਾਜ ਹੈ ਸਾਜੋ ਸਮਾਨ ਭਾਵ ਭੇਟਾਵਾਂ ਤੇ ਸੰਗਤ ਆਦਿ ਬਹੁਤਾ ਵੱਧ ਜਾਵੇਗਾ। ਦੁਖ ਦਰਦ ਕੋ ਆਏ ਨ ਨੇਰੇ ਜਿਹੜਾ ਉੱਥੇ ਆ ਕੇ ਸਿਰ ਝੁਕਾ ਦੇਗਾ ਨਾ, ਉਸ ਨੂੰ ਕਿਸੇ ਪ੍ਰਕਾਰ ਦਾ ਦੁੱਖ ਕਲੇਸ਼ ਤੇ ਦਰਿਦਰ ਭਾਵ ਗਰੀਬੀ ਨਹੀਂ ਉਹਦੇ ਤੇ ਆਵੇਗੀ। ਹਰ ਮੰਦਰ ਹਰ ਰੂਪ ਬਲੰਦਾ ਮਹਾਰਾਜ ਕਹਿੰਦੇ ਜਿਹੜਾ ਹਰਮੰਦਰ ਸਾਹਿਬ ਵਾਲਾ ਸਥਾਨ ਹੈ ਨਾ, ਇਹ ਪਰਮੇਸ਼ਰ ਦਾ ਹੀ ਰੂਪ ਜਾਣ ਲਿਓ। ਸੇਵਕ ਸੇਵ ਹੈ ਸੇਵਕ ਬ੍ਰਿੰਦ ਮੁਕੰਦਾ ਸੇਵਾ ਹੈ ਸੇਵਕ ਬ੍ਰਿੰਦ ਮੁਕੰਦ। ਜਿਹੜੇ ਸੇਵਕ ਇਸ ਤੇ ਸੇਵਾ ਕਰਨਗੇ ਨਾ, ਉਹ ਅੰਤ ਨੂੰ ਮੁਕਤੀ ਪਾ ਲੈਣਗੇ ਬਹੁਤੇ ਹੀ। ਲక్ష్ਮੀ ਨੇ ਸਬਾਸਰ ਇਸ ਸੇਵ ਹੈ ਮਹਾਰਾਜ ਕਹਿੰਦੇ ਜਿਹੜੀ ਲక్ష్ਮੀ ਹੈ ਨਾ ਮਾਇਆ, ਇਹ ਵੀ ਇਸ ਸਥਾਨ ਨੂੰ ਨਿਤ ਪ੍ਰਤੀ ਸੇਵਦੀ ਹੈ। ਸਰਦਾ ਘਰੇ ਦਾਸ ਕਰ ਲੇਵ ਤੇ ਹੈ ਜਿਹੜੇ ਦਾਸ ਸੇਵਕ ਹਨ ਉਹ ਜੇ ਸ਼ਰਧਾ ਧਰਨਗੇ, ਜਿਹੜੀ ਮਨ ਦੀ ਇੱਛਾ ਹੋਵੇਗੀ ਨਾ, ਉੱਥੇ ਜਾ ਕੇ ਬੇਨਤੀ ਕਰਨਗੇ ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਫਾਲੇ ਪ੍ਰਾਪਤ ਹੋ ਜਾਵਣਗੇ। ਆਜ ਬਾਸ ਇਸ ਤਲ ਹੀ ਕੀਜੈ ਇਹਨਾਂ ਕਹਿ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਸਾਹਿਬ ਜੀ ਅੱਜ ਜਿਹੜਾ ਹੈ ਨਾ ਆਪਾਂ ਟਿਕਾਣਾ ਅੱਜ ਇੱਥੇ ਹੀ ਰਹਾਂਗੇ। ਬੋਧ ਪ੍ਰਾਦ ਕੋ ਤਹ ਗਮ ਨੀਜੈ ਮਹਾਰਾਜ ਕਹਿੰਦੇ ਜਿਸ ਸਮੇਂ ਸਵੇਰਾ ਹੋਵੇਗਾ ਨਾ, ਫਿਰ ਜਿਹੜਾ ਹਰਮੰਦਰ ਸਾਹਿਬ ਵਾਲਾ ਸਥਾਨ ਹੈ ਉੱਥੇ ਜਾਵਾਂਗੇ। ਅੱਜ ਦੀ ਰਾਤ ਇੱਥੇ ਹੀ ਟੇਕਦੇ ਹਾਂ ਰਾਮਸਰ ਵਾਲੇ ਸਥਾਨ ਤੇ। ਸਭਨਾ ਆਹਾਰ ਕਰਿਓ ਸੁਭ ਖਾਨਾ ਸੋਭਾ ਜਿਹੜਾ ਚੰਗਾ ਮਹਾਰਾਜ ਸਾਹਿਬ ਜੀ ਆਣੇ ਨਾ ਸਿੱਖਾਂ ਨੇ ਰਾਤ ਦੇ ਸਮੇਂ ਭੋਜਨ ਕੀਤਾ ਹੈ, ਛਕਿਆ ਹੈ। ਭੂਮ ਸੈਨ ਕੀਨਸ ਤਿਸ ਥਾਨਾ ਤੇ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੇ ਸਮੇਤ ਦੇ ਸਾਧ ਸੰਗਤ ਜੀ ਦੇਖੋ ਮਹਾਰਾਜ ਸਾਹਿਬ ਜੀਆਂ ਦੇ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਰਥਾਈ ਕਿੰਨੀ ਸ਼ਰਧਾ ਹੈ। ਜਿਹੜਾ ਸਰੂਪ ਹੈ ਉੱਚੇ ਥਾਂ ਸੁਭਾਇਮਾਨ ਹੈ ਤੇ ਮਹਾਰਾਜ ਸਾਹਿਬ ਜੀ ਆਪ ਧਰਤੀ ਉੱਤੇ ਵਿਛਾਈ ਕਰਕੇ ਹੀ ਸੌਂ ਗਏ ਹਨ। ਗ੍ਰੰਥ ਸਾਹਿਬ ਆਦਰ ਕੇ ਹੇਤ ਕਿਉਂ ਲੰਮੇ ਪਏ ਹਨ ਧਰਤੀ ਤੇ? ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਾਇਮ ਰੱਖਣਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਆਪ ਜਿਹੜਾ ਹੈ ਨਾ ਧਰਤੀ ਉੱਤੇ ਵਿਛਾਈ ਕਰਕੇ ਹੀ ਲੰਮੇ ਪੈ ਗਏ ਹਨ। ਭੂਤਲ ਸੈਨ ਗੁਰੂ ਸਮੇਤ ਤੇ ਧਰਤੀ ਉੱਤੇ ਸਿੱਖਾਂ ਦੇ ਸਮੇਤ ਗੁਰੂ ਸਾਹਿਬ ਜੀ ਵੀ ਉੱਥੇ ਬਿਰਾਜ ਗਏ ਹਨ। ਜਿਹੜੇ ਵਿਚਾਰ ਸ੍ਰੀ ਗੁਰ ਕਰੈ ਤੇ ਲੰਮੇ ਪਏ ਸਤਿਗੁਰੂ ਸਾਹਿਬ ਜੀ ਮਨ ਵਿੱਚ ਵਿਚਾਰਦੇ ਹਨ। ਟਹਿਲ ਗ੍ਰੰਥ ਕੀ ਕੌਣ ਸੁਧਰੈ ਹੁਣ ਮਹਾਰਾਜ ਸਾਹਿਬ ਜੀ ਨੇ ਮਨ ਵਿੱਚ ਵਿਚਾਰਦੇ ਹਨ ਲੰਮੇ ਪਏ ਕਿ ਜਿਹੜਾ ਗ੍ਰੰਥ ਸਾਹਿਬ ਹੀ ਰਚਿਆ ਹੈ ਨਾ, ਇਹਦੀ ਸੇਵਾ ਹੁਣ ਕੌਣ ਕਰੇਗਾ? ਬੇਦੀ ਤੇਹਣ ਭੱਲਾ ਬੰਸ ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਜਿਹੜੇ ਬੇਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੁਲ ਹੈ, ਤੇਹਣ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੇ ਭੱਲੇ ਜਿਹੜੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਕੁਲ ਵਿੱਚੋਂ ਹਨ ਸਾਰੇ ਇੱਥੇ। ਸੋਢੀ ਜੇ ਕੁਲ ਕੇ ਆਸਵ ਤੰਸ ਤੇ ਸੋਢੀਆਂ ਦੀ ਕੁਲ ਦੇ ਜਿਹੜੇ ਵੀ ਸ਼੍ਰੋਮਣੀ ਹਨ ਇੱਥੇ ਬੈਠੇ ਹੋਏ ਸਾਰੇ ਹੀ।
ਨਿਜ ਕੁਲ ਕੋ ਇਨਕੋ ਹੰਕਾਰ। ਮਹਾਰਾਜ ਨੇ ਵਿਚਾਰਿਆ ਕਿ ਇਹਨਾਂ ਸਾਰਿਆਂ ਨੂੰ ਆਪੋ ਆਪਣੀ ਜਿਹੜੀ ਕੁਲ ਹੈ ਨਾ, ਕਿ ਅਸੀਂ ਗੁਰੂ ਨਾਨਕ ਦੇਵ ਜੀਆਂ ਦੀ ਕੁਲ ਚੋਂ ਹਾਂ, ਗੁਰੂ ਅੰਗਦ ਦੇਵ ਜੀਆਂ ਦੀ ਕੁਲ ਚੋਂ ਹਾਂ, ਇਹਨਾਂ ਨੂੰ ਸਾਰਿਆਂ ਨੂੰ ਆਪੋ ਆਪਣੀ ਕੁਲ ਦਾ ਨਾ ਸੁਖ ਮਾਤਰ ਹੰਕਾਰ ਹੈ। ਕਰ ਨਾ ਸਕੇਗੇ ਸੇਵ ਉਦਾਰਾ। ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਕਿ ਇਹਨਾਂ ਦੀ ਪੂਰੀ ਭਾਵਨਾ ਦੇ ਨਾਲ ਸੇਵਾ ਨਹੀਂ ਹੋਣੀ, ਕਿਉਂਕਿ ਹੰਕਾਰ ਹੈ ਨਾ ਮਨ ਵਿੱਚ ਕਿ ਅਸੀਂ ਉੱਚੀ ਕੁਲ ਵਾਲੇ ਹਾਂ, ਗੁਰੂ ਨਾਨਕ ਸਾਹਿਬ ਜੀ ਦੀ ਕੁਲ ਵਿੱਚੋਂ ਹਾਂ। ਮਹਾਰਾਜ ਕਹਿੰਦੇ ਇਹ ਜਿਹੜੀ ਮਹਾਨ ਸੇਵਾ ਹੈ ਨਾ ਗ੍ਰੰਥ ਸਾਹਿਬ ਜੀਆਂ ਦੀ, ਇਹ ਕਰ ਨਹੀਂ ਸਕਣਗੇ। ਇਹ ਸੇਵਕ ਕੀ ਵਸਤ ਸਦੀਵਾ। ਤੇ ਮਹਾਰਾਜ ਮਨ 'ਚ ਵਿਚਾਰ ਰਹੇ ਹਨ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੈ ਨਾ, ਇਹ ਸੇਵਕਾਂ ਨੂੰ ਬਾਣੇ ਆਉਂਦੀ ਹੈ, ਹਮੇਸ਼ਾ ਸੇਵਕਾਂ ਦੇ ਯੋਗ ਹੈ। ਨਿਰਹੰਕਾਰ ਜਿਹਨੂੰ ਮਨ ਨੀਵਾ। ਜਿਹੜੇ ਬਿਨਾਂ ਹੰਕਾਰ ਤੋਂ ਨਿਰਹੰਕਾਰ ਹਨ ਤੇ ਜਿਨ੍ਹਾਂ ਦਾ ਮਨ ਬਹੁਤ ਨੀਵਾਂ ਹੈ, ਸ਼ਰਧਾ ਭਾਵਨਾ ਵਾਲਾ ਹੈ। ਸੇਵਾ ਬਿਕੇ ਨਿਪੁੰਨ ਜੋ ਹੋਏ। ਜਿਹੜੇ ਮਹਾਰਾਜ ਵਿਚਾਰ ਰਹੇ ਹਨ ਕਿ ਜਿਹੜਾ ਸੇਵਾ ਦੇ ਵਿੱਚ ਬਿਲਕੁਲ ਨਿਪੁੰਨ ਹੋਵੇ, ਯੋਗ ਹੋਵੇ ਇਸ ਸੇਵਾ ਦੇ, ਕਰੀਏ ਇਹ ਸਥਾਪਨ ਸੋਏ। ਮਹਾਰਾਜ ਸਾਹਿਬ ਜੀ ਵਿਚਾਰ ਰਹੇ ਹਨ ਕਿ ਉਸ ਨੂੰ ਇਸ ਗੱਦੀ ਦੇ ਸਥਾਪਨ ਕਰੀਏ ਜਿਹੜਾ ਸੇਵਾ ਦੇ ਵਿੱਚ ਬਿਲਕੁਲ ਯੋਗ ਹੋਵੇ। ਸ੍ਰੀ ਨਾਨਕ ਕੋ ਦਰਸ਼ਨ ਕੀਨਾ। ਇਹਨਾਂ ਵਿਚਾਰਦਿਆਂ ਹੋਏ ਮਹਾਰਾਜ ਸਾਹਿਬ ਜੀ ਦੇ ਮਨ ਵਿੱਚ ਆਇਆ ਕਿ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਭਾਵ ਬਾਬਾ ਬੁੱਢਾ ਸਾਹਿਬ ਜੀ, ਅਸ ਬੁੱਢਾ ਵਿੱਚ ਸੇਵ ਪਰਬੀ। ਐਸੇ ਬਾਬਾ ਬੁੱਢਾ ਸਾਹਿਬ ਜੀ ਜਿਹੜਾ ਸੇਵਾ ਦੇ ਵਿੱਚ ਬੜੇ ਸਿਆਣੇ ਹਨ। ਇਹ ਵਿਚਾਰ ਕਰ ਨਿੰਦਰਾ ਪਾਈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਵਿਚਾਰ ਲਿਆ ਕਿ ਇਸ ਦੀ ਜਿਹੜੀ ਸੇਵਾ ਹੈ ਨਾ, ਬਾਬਾ ਬੁੱਢਾ ਸਾਹਿਬ ਜੀ ਨੇ ਬਾਣੇ ਆਉਂਦੀ ਹੈ। ਮਹਾਰਾਜ ਸਾਹਿਬ ਜੀ ਨੇ ਇਤਨਾ ਸਤਿਕਾਰ ਕੀਤਾ ਹੈ ਆਪਣੇ ਸੇਵਕਾਂ ਦਾ। ਇਸ ਪ੍ਰਕਾਰ ਵਿਚਾਰ ਕਰਕੇ ਸੰਸਾਰ ਰੀਤੀ ਅਨੁਸਾਰ ਸਤਿਗੁਰੂ ਸਾਹਿਬ ਜੀ ਸੌਂ ਗਏ ਹਨ। ਜਾਗੇ ਜਾਮਨ ਜਾਮ ਰਹਾਈ। ਤੇ ਜਾਗੇ ਹਨ ਇੱਕ ਪੈਰ, ਜਿਸ ਸਮੇਂ ਰਾਤ ਰਹਿ ਗਈ ਹੈ ਨਾ, ਮਹਾਰਾਜ ਸਾਹਿਬ ਜੀ ਜਾਗੇ ਹਨ। ਬੁੱਢਾ ਪੁਨ ਗੁਰਦਾਸ ਜਾਗੇ। ਉਪਰੰਤ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਵੀ ਜਾਗੇ ਹਨ। ਗੁਰਚਰਨ ਸ੍ਰੀ ਗੁਰਚਰਨ ਪ੍ਰੇਮ ਮੈਂ ਪਾਗੇ। ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਜਿਹੜਾ ਪ੍ਰੇਮ ਰਸ ਹੈ ਨਾ, ਉਸ ਵਿੱਚ ਭਿੱਜ ਗਏ ਹਨ, ਭਾਵ ਨਾਮ ਜਪਣ ਲੱਗ ਪਏ ਹਨ ਸਵੇਰੇ ਹੀ। ਸੋਚ ਰਾਮ ਸਰ ਕੀਨ ਇਸ਼ਨਾਨਾ। ਉਪਰੰਤ ਜਿਹੜੇ ਹੈ ਨਾ ਸੌਚ ਇਸ਼ਨਾਨ ਕੁਰਲਾ ਆਦਿਕ ਜਿਹੜੀ ਕਿਰਿਆ ਸਾਰੀ ਕੀਤੀ ਹੈ, ਉਪਰੰਤ ਇਸ਼ਨਾਨ ਕੀਤੇ ਹਨ। ਬਦਰੀ ਤਰ ਬੈਠੇ ਕਰਦੇ ਆਨਾ। ਤੇ ਬਦਰੀ ਜਿਹੜੀ ਉੱਥੇ ਬੇਰੀ ਹੈ ਨਾ ਰਾਮਸਰ ਵਾਲੇ ਸਥਾਨ ਦੇ ਉੱਤੇ, ਉੱਥੇ ਉਸ ਦੇ ਥੱਲੇ ਬੈਠ ਗਏ ਹਨ ਸਤਿਗੁਰੂ ਸਾਹਿਬ ਜੀਆਂ ਦਾ ਧਿਆਨ ਧਰ ਕੇ। ਦੁਆਵਾ ਘਟਕਾ ਲਖ ਅੰਮ੍ਰਿਤ ਕਾਲਾ। 2 ਘੜੀਆਂ ਅੰਮ੍ਰਿਤ ਵੇਲਾ ਭਰੇਂਦਾ ਜਾਣ ਕੇ। ਸ੍ਰੀ ਅਰਜਨ ਬਚ ਕਹਿਓ ਰਸਲ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਜੀ ਨੇ ਬੜਾ ਰਸਾਂ ਦਾ ਭਰਿਆ ਹੋਇਆ ਭਜਨ, ਭਾਵ ਬੜਾ ਮਿੱਠਾ ਭਜਨ ਕਿਹਾ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ। ਕੀ ਕਹਿਣ ਲੱਗੇ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ? ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਜਿਹੜਾ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਨਾ, ਆਪਣੇ ਸੀਸ ਉਤੇ ਰੱਖ ਲਵੋ। ਅੱਗੇ ਚਲੋ ਸੁਧਾਸੁਰ ਪੰਥ। ਅੱਗੇ ਸਾਡੇ ਲੱਗ ਕਰਕੇ ਨਾ ਅੰਮ੍ਰਿਤਸਰ ਸਰੋਵਰ ਜਿਹੜਾ ਹੈ, ਅੰਮ੍ਰਿਤਸਰ ਵਾਲੇ ਸਥਾਨ ਵੱਲ ਨੂੰ ਚੱਲਣਾ ਕਰੀਏ। ਮਾਨ ਬਾਕਲ ਭਇਓ ਅਗਾਰੇ। ਤੇ ਸਤਿਗੁਰੂ ਸਾਹਿਬ ਜੀ ਦਾ ਬਚਨ ਸੁਣ ਕਰਕੇ ਨਾ ਬਾਬਾ ਬੁੱਢਾ ਸਾਹਿਬ ਜੀ ਸੀਸ ਉਤੇ ਮਹਾਰਾਜ ਦਾ ਸਰੂਪ ਰੱਖ ਲਿਆ ਤੇ ਅੱਗੇ ਤੁਰ ਪਏ ਹਨ। ਚਮਰ ਗੁਰੂ ਅਰਜਨ ਕਰ ਧਾਰੇ। ਤੇ ਚੌਰ ਸਾਹਿਬ ਸਤਿਗੁਰੂ ਸਾਹਿਬ ਜੀ ਨੇ ਆਪਣੇ ਨਿਜ ਹੱਥਾਂ ਵਿੱਚ ਪਕੜ ਲਿਆ ਹੈ। ਮਹਾਰਾਜ ਸਾਹਿਬ ਜੀ ਚੌਰ ਕਰਨ ਲੱਗ ਪਏ ਹਨ। ਸੇਖ ਅਨੇਕ ਲੱਗ ਦੁੰਦਰ ਵਾਜੈ। ਸੰਖ ਅਨਕ ਜਿਹੜੇ ਬਹੁਤੇ ਸੰਖ ਤੇ ਜਿਹੜੇ ਛੋਟੇ ਆ, ਜਿਹੜੇ ਦੁੰਦ ਬਹਾਨਾ ਸਾਧ ਸੰਗਤ ਜੀਓ, ਨਗਾਰੇ ਵਾਲੇ ਕੋ ਵੱਜਣ ਲੱਗ ਪਏ ਹਨ। ਜੈ ਜੈਕਾਰ ਊਜ ਸੁਰ ਗਾਜੇ। ਤੇ ਜੈ ਜੈਕਾਰ ਹੋ ਰਹੀ ਹੈ ਸਤਿਗੁਰੂ ਸਾਹਿਬ ਜੀ ਦੀ ਬੜੀ ਉੱਚੀ ਸੁਰ ਦੇ ਵਿੱਚ ਅੰਮ੍ਰਿਤਸਰ ਨਗਰੀ ਅੰਦਰ। ਸੁੰਦਰ ਸ੍ਰੀ ਹਰਿ ਗੋਬਿੰਦ ਚੰਦ। ਤੇ ਸੁਭਾਇਮਾਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਚੰਦਰਮਾ ਦੇ ਪ੍ਰਕਾਸ਼ ਵਰਗੇ। ਸੋਭ ਚਲਤ ਹੋਏ ਸੋਭ ਬਿਲੰਦ। ਤੇ ਸੰਗ ਚੱਲਦੇ ਹੋਏ ਮਹਾਰਾਜ ਸਾਹਿਬ ਜੀ ਦੇ ਨਾਲ ਬੜੇ ਸੋਭਾ ਪਾ ਰਹੇ ਹਨ। ਬਾਲਪਨ ਅਵਸਥਾ ਹੈ ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਦੀ। ਹਰ ਮੰਦਰ ਮੈਂ ਜਾਏ ਪਹੁੰਚੈ। ਤੇ ਜਾ ਕਰਕੇ ਜਿਹੜਾ ਹਰਮੰਦਰ ਸਾਹਿਬ ਵਾਲਾ ਸਥਾਨ ਹੈ ਨਾ, ਉੱਥੇ ਪਹੁੰਚ ਗਏ ਹਨ। ਰਾਗੀ ਰਾਗ ਕਰਤ ਸੁਰ ਉੱਚੇ। ਤੇ ਉੱਥੇ ਰਾਗੀ ਜਿਹੜੇ ਹਨ ਗੁਰੂ ਘਰ ਦੇ, ਉਹ ਉੱਚੀ ਸੁਰ ਦੇ ਵਿੱਚ ਆਸਾ ਜੀ ਦੇ ਵਾਰ ਦਾ ਕੀਰਤਨ ਕਰ ਰਹੇ ਹਨ। ਮੰਜੀ ਸੈਦ ਗ੍ਰੰਥ ਤਹ ਥਾਪ। ਤੇ ਮੰਜੀ ਸਾਹਿਬ ਦੇ ਸਮੇਤ ਮਹਾਰਾਜ ਸਾਹਿਬ ਜੀ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਥਾਪਨਾ ਹੈ ਹਰਮੰਦਰ ਸਾਹਿਬ ਵਾਲੇ ਸਥਾਨ ਤੇ ਪਹਿਲੇ ਦਿਨ ਕਰ ਦਿੱਤੀ ਹੈ। ਬੈਠੇ ਨੇ ਗੁਰੂ ਤਵੇ ਆਪ। ਆਪੇ ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇੜੇ ਹੀ ਬੈਠ ਗਏ ਹਨ। ਵਾਰ ਭੋਗ ਕੋ ਸੁਨ ਮਨ ਲਾਈ। ਆਸਾ ਜੀ ਦੇ ਵਾਰ ਦਾ ਬੜਾ ਮਨ ਲਾ ਕੇ ਸਤਿਗੁਰੂ ਸਾਹਿਬ ਜੀ ਨੇ ਭੋਗ ਸੁਣਿਆ ਹੈ। ਸ੍ਰੀ ਅਰਜਨ ਪੁਨ ਗਰਾ ਅਲਾਈ। ਜਿਹਨੂੰ ਭੋਗ ਪਿਆ ਹੈ ਨਾ ਆਸਾ ਦੀ ਵਾਰ ਦਾ, ਸਤਿਗੁਰੂ ਸਾਹਿਬ ਜੀ ਨੇ ਸੁਣ ਕਰਕੇ ਤੇ ਵਚਨ ਕੀਤੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ। ਬੁੱਢਾ ਸਾਹਿਬ ਖੋਲੋ ਗ੍ਰੰਥ। ਕੀ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਰੋ, ਖੋਲਣਾ ਕਰੋ। ਦੇਹੋ ਆਵਾਜ਼ ਸੁਣੇ ਸਭ ਪੰਥ। ਆਵਾਜ਼ਾਂ ਲਓ ਭਾਵ ਹੁਕਮਨਾਮਾ
ਨਾ ਲਓ, ਜੇ ਤੁਹਾਡੀ ਆਵਾਜ਼ ਨੂੰ ਸਾਰਾ ਪੰਥ ਹੀ ਸੁਣੇ। ਸੁਣ ਕਰ ਬਚਨ ਰਚਿਆ ਮਨ ਲਾਇਕ। ਬੜੇ ਸੁੰਦਰ ਜਿਹੜੇ ਬਚਨ ਹਨ, ਮਨ ਨੂੰ ਭਾਉਂਦੇ ਸੁਣ ਕਰਕੇ ਬਾਬਾ ਬੁੱਢਾ ਸਾਹਿਬ ਜੀ। ਸਤ ਬਾਗ ਮੁਖ ਜਲ ਜਲਾਇਕ। ਤੇ ਕਮਲ ਸਰੀਖੇ ਮੁਖ ਤੋਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤ ਬਚਨ ਹੈ ਸਤਿਗੁਰੂ ਸਾਹਿਬ ਜੀਓ। ਅਦ ਵਸੰਗ ਤਬ ਗ੍ਰੰਥ ਜੋ ਖੋਲਾ। ਬੜੇ ਸਤਿਕਾਰ ਦੇ ਸਹਿਤ ਬਾਬਾ ਬੁੱਢਾ ਸਾਹਿਬ ਜੀ ਨੇ ਨਾ ਗ੍ਰੰਥ ਸਾਹਿਬ ਖੋਲਿਆ ਹੈ। ਲੈ ਆਵਾਜ਼ ਬੁੱਢਾ ਮੁਖ ਬੋਲਾ। ਤੇ ਆਵਾਜ਼ਾਂ ਭਾ ਮੁਖ ਵਗ ਲੈ ਕੇ ਬਾਬਾ ਬੁੱਢਾ ਜੀ ਸਾਹਿਬ ਜੀ ਬੋਲਣ ਲੱਗੇ। ਸੋਈ ਮਹੱਲਾ ਪੰਜਵਾਂ। ਸੂਹੀ ਰਾਗ ਦੇ ਵਿੱਚ ਜਿਹੜਾ ਸਾਧ ਸੰਗਤ ਜੀ ਇਹ ਸ਼ਬਦ ਆਇਆ ਹੈ, ਇਹ ਜਿਹੜਾ ਸ਼ਬਦ ਹੈ ਨਾ ਸਾਧ ਸੰਗਤ ਜੀਓ, ਜਿਸ ਸਮੇਂ ਹਰਮੰਦਰ ਸਾਹਿਬ ਦੀ ਕਾਰ ਚੱਲ ਰਹੀ ਸੀ ਨਾ, ਸਤਿਗੁਰੂ ਸਾਹਿਬ ਜੀ ਨੇ ਉੱਥੇ ਜਦੋਂ ਦੇਖਿਆ ਨਾ ਪਰਮੇਸ਼ਰ ਸਾਰੇ ਸੰਸਾਰ ਵਿੱਚ ਸਾਧ ਸੰਗਤ ਜੀਓ ਹੋਰਾਂ ਸਾਰੇ ਦੇਵੀ ਦੇਵਤਿਆਂ ਦੇ ਮੰਦਰ ਹਨ। ਪਰਮੇਸ਼ਰ ਕਹਿਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿ ਸਾਡੇ ਨਾਮ ਦਾ ਵੀ ਕੋਈ ਮੰਦਰ ਇੱਥੇ ਬਣਾਉਣਾ ਕਰੋ। ਤੇ ਇਸ ਸਮੇਂ ਮਹਾਰਾਜ ਸਾਹਿਬ ਜੀ ਜਿਸ ਸਮੇਂ ਕਾਰ ਚੱਲ ਰਹੀ ਸੀ ਨਾ, ਪਰਮੇਸ਼ਰ ਆਪ ਲੱਗ ਬੰਨ ਕਰਕੇ ਦੇਵੀ ਦੇਵਤਿਆਂ ਨੂੰ ਨਾਲ ਲੈ ਕਰਕੇ ਇਹ ਹਰਮੰਦਰ ਸਾਹਿਬ ਜੀ ਜਦੋਂ ਸੇਵਾ ਵਿੱਚ ਆਏ ਹਨ ਤੇ ਇਹਨਾਂ ਨੂੰ ਦੇਖ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਜੀ ਨੇ ਇਹ ਬਚਨ ਉਚਾਰਿਆ ਸੀ। ਸੰਤਾਂ ਕੇ ਕਾਰਜ ਆਪ ਖਲੋਇਆ। ਸੰਤ ਕਿਹੜੇ ਹਨ? ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਹੜੇ ਸ਼ਾਂਤ ਚਿੱਤ ਹਨ ਤੇ ਇਹਨਾਂ ਦੇ ਮਹਾਰਾਜ ਕਹਿੰਦੇ ਆਪਣੇ ਜਿਹੜੇ ਨਿੱਜੀ ਕਾਰਜ ਹੈ ਨਾ ਉਹਨਾਂ ਦੇ ਵਿੱਚ ਆ ਕਰਕੇ ਪਰਮੇਸ਼ਰ ਆਪ ਖਲੋ ਗਿਆ ਹਰ ਹੈ। ਕੰਮ ਕਰਾਵਣ ਆਇਆ ਰਾਮ। ਹਰੀ ਜੋ ਪਰਮੇਸ਼ਰ ਹੈ ਨਾ, ਇਹ ਸਾਰੇ ਕਾਰਜ ਆਪ ਕਰਾਉਣ, ਆਪਣੇ ਜਿਹੜਾ ਮੰਦਰ ਹੈ ਆਪਣੇ ਉਸ ਦੇ ਕਾਰਜ ਕਰਾਉਣ ਲਈ ਆਪ ਆ ਗਿਆ ਹੈ। ਧਰਤ ਸੁਹਾਵੀ ਤਾਲ ਸੁਹਾਵਾ। ਇਹ ਅੰਮ੍ਰਿਤਸਰ ਵਾਲੀ ਧਰਤੀ ਜਿਹੜੀ ਹੈ ਨਾ, ਇਹ ਵੀ ਬਹੁਤ ਸੋਭਣੀਕ ਹੈ। ਤਾਲ ਜਿਹੜਾ ਹਰਮੰਦਰ ਸਰੋਵਰ ਹੈ ਨਾ, ਇਹ ਵੀ ਬਹੁਤ ਸੋਭਣੀਕ ਹੈ। ਤੁਝੇ ਅਮਰਤ ਜਲ ਛਾਇਆ ਰਾਮ। ਵਿੱਚ ਜਿਸ ਦੇ ਵਿੱਚ ਅੰਮ੍ਰਿਤ ਰੂਪੀ ਜਿਹੜਾ ਜਲ ਹੈ ਨਾ, ਛਾਇਆ ਲਬਾ ਲਬ ਭਰਿਆ ਪਿਆ ਹੈ। ਅਮਰਤ ਜਲ ਛਾਇਆ ਪੂਰਨ ਸਾਜ ਕਰਾਇਆ। ਅੰਮ੍ਰਿਤ ਜਲ ਜਿਸ ਵਿੱਚ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਜਲ ਛਾਇਆ ਹੋਇਆ, ਪੂਰਾ ਮਹਾਰਾਜ ਸਾਹਿਬ ਜੀ ਨੇ ਇਸ ਦਾ ਸਾਜੋ ਸਮਾਨ ਕਰਾਇਆ ਤਿਆਰੀ ਦਾ ਹਰਮੰਦਰ ਸਾਹਿਬ ਜੀਆਂ ਦਾ। ਸਗਲ ਮਨੋਰਥ ਪੂਰੇ। ਸਾਰੇ ਮਾਰੇ ਕਹਿੰਦੇ ਜਿਹੜੇ ਸਾਡੇ ਮਨੋਰਥ ਹਨ ਪੂਰੇ ਕਰ ਦਿੱਤੇ ਹਨ ਪਰਮੇਸ਼ਰ ਨੇ। ਜੈ ਜੈਕਾਰ ਭਇਆ ਜਗ ਅੰਤਰ। ਜੈ ਜੈਕਾਰ ਹੋ ਰਹੀ ਹੈ ਸੰਸਾਰ ਵਿੱਚ। ਲਾਤੇ ਸਗਲ ਵਿਸੂਰੇ। ਸਾਰੇ ਹੀ ਜਿੰਨੇ ਵੀ ਝੋਰੇ ਹਨ ਇਹ ਸਾਰੇ ਦੂਰ ਹੋ ਗਏ ਹਨ, ਸਾਰੇ ਝੋਰੇ ਲੱਥ ਗਏ ਹਨ। ਪੂਰਨ ਪੁਰਖ ਅਚੋਤੇ ਵਿਨਾਸੀ। ਪੂਰਨ ਹੈ ਜਿਹੜਾ ਪਰਿਪੂਰਨ ਹੋ ਰਿਹਾ ਹੈ ਸਾਰੇ ਪਾਸੇ। ਪੁਰਖ ਸਾਧ ਸੰਗਤ ਜੀ ਜਿਹੜਾ ਪੁਰ ਨਰਕਾਰਿਕ ਤੋਂ ਰੱਖਿਆ ਕਰਨ ਵਾਲਾ ਹੈ। ਪੁਰਖ ਹੈ ਜਿਹੜਾ ਵਿਆਪਕ ਸਰੂਪ ਹੈ ਤੇ ਪੁਰਖ ਸਰੂਪ ਹੈ। ਭਾਵ ਆਪਾਂ ਸਭ ਜਿਹੜੇ ਜੀਵ ਹਨ ਇਹ ਪਰਮੇਸ਼ਰ ਦੀਆਂ ਇਸਤਰੀਆਂ ਹੈ। ਏਕਾ ਰੂਪ ਏਕਾ ਪੁਰਖ ਸਬਾਈ ਨਾਰ। ਇੱਕੋ ਇੱਕ ਪਰਮੇਸ਼ਰ ਪੁਰਖ ਸਰੂਪ ਹੈ, ਅਚੁੱਤ ਹੈ, ਅਗਿੜ ਸਰੂਪ ਹੈ ਤੇ ਅਬਿਨਾਸੀ ਨਾਸ਼ ਹੋਣ ਵਾਲਾ ਹੈ। ਜਸ ਵੇਦ ਪੁਰਾਣੀ ਗਾਇਆ। ਐਸਾ ਜੋ ਪਰਮੇਸ਼ਰ ਹੈ ਨਾ, ਇਸ ਦਾ ਮਾਰੇ ਕਹਿੰਦੇ ਜਸ ਵੇਦਾਂ ਪੁਰਾਣਾਂ ਨੇ ਵੀ ਗਾਇਆ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ। ਆਪਣਾ ਜਿਹੜਾ ਪਰਮੇਸ਼ਰ ਦਾ ਸੁਭਾਅ ਹੈ ਨਾ, ਆਪਣੇ ਸੇਵਕਾਂ ਦੀ ਲਾਜਪਤ ਰੱਖਣੀ, ਉਹ ਮਹਾਰਾਜ ਪਰਮੇਸ਼ਰ ਨੇ ਆਪ ਸੰਭਾਲ ਲਈ ਹੈ। ਨਾਨਕ ਨਾਮ ਤੇ ਆਇਆ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੀਂ ਐਸਾ ਜਿਹੜਾ ਸਰੂਪ ਹੈ ਨਾ, ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪੰਜਵੇਂ ਸਰੂਪ ਕਹਿੰਦੇ ਅਸੀਂ ਐਸੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ। ਚੌਪਈ ਸੁਣ ਸਭ ਨੂੰ ਤਬ ਸੀਸ ਨਵਾਇਓ। ਇਹ ਜਿਹੜਾ ਸਾਧ ਸੰਗਤ ਜੀ ਇਹ ਸੰਪੂਰਨ ਸ਼ਬਦ ਨਹੀਂ ਹੈ। ਇਹ ਜਿਹੜਾ ਸੰਪੂਰਨ ਸ਼ਬਦ ਹੈ ਨਾ ਬਾਬਾ ਬੁੱਢਾ ਸਾਹਿਬ ਜੀਆਂ ਨੇ ਇਹ ਪੜਿਆ ਹੈ ਤੇ ਉਹ ਉਪਰੰਤ ਜਿਹੜਾ ਹੈ ਨਾ ਸਾਰਿਆਂ ਸਿੱਖਾਂ ਨੇ ਸੁਣ ਕਰਕੇ ਮੁੱਖ ਬਾਗ ਨੂੰ ਸਾਰਿਆਂ ਸਿੱਖਾਂ ਨੇ ਸੀਸ ਨਿਵਾਇਆ ਹੈ। ਦੀਨ ਬੰਦੋ ਪ੍ਰਭ 3 ਲੱਖ ਪਾਇਓ। ਉਹਨਾਂ ਸਾਰਿਆਂ ਸਿੱਖਾਂ ਨੇ ਜਾਣ ਲਿਆ ਹੈ ਨਾ ਜਿਹੜੇ ਮਹਾਰਾਜ ਸਾਹਿਬ ਜੀ ਹਨ ਇਹ ਦੀਨਾਂ ਦੇ ਆਪ ਜਿਹੜੇ ਗਰੀਬਾਂ ਦੇ ਪਿਆਰੇ ਹਨ। ਸ੍ਰੀ ਗੁਰ ਕਰਦਾ ਚਮਰ ਫਰੰਤਾ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹੱਥ ਵਿੱਚ ਚੌਰ ਸਾਹਿਬ ਪਕੜਿਆ ਹੋਇਆ। ਮਹਾਰਾਜ ਸਾਹਿਬ ਜੀ ਗ੍ਰੰਥ ਸਾਹਿਬ ਨੂੰ ਚੌਰ ਕਰ ਰਹੇ ਹਨ। ਬੁੱਢਾ ਜਪਜੀ ਪਾਠ ਕਰੰਤਾ। ਉਪਰੰਤ ਮੁੱਖ ਬਾਗ ਲੈਣ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਾਇਆ, ਜੋ ਸਾਧ ਸੰਗਤ ਜੀ ਮਰਿਆਦਾ ਵੀ ਹੈ ਜੋ ਅੱਜ ਕੱਲ੍ਹ ਵਿਸਰਦੀ ਜਾ ਰਹੇ ਹੈ। ਮਹਾਰਾਜ ਦਾ ਪ੍ਰਕਾਸ਼ ਕਰਕੇ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਪ੍ਰਾਤਨ ਮਰਿਆਦਾ ਹੈ। ਸੰਗਤ ਧਨ ਧਨ ਸੁਣ ਕਹੈ। ਤੇ ਸੁਣ ਕਰਕੇ ਨਾ ਸੰਗਤ ਜਿਹੜੀ ਬੈਠੀ ਹੋਈ ਹੈ, ਧੰਨ ਹੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਹੋ, ਧੰਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਪ੍ਰਕਾਰ ਕਹਿ ਰਹੀ ਹੈ। ਪਦਕ ਆਨੰਦ ਪ੍ਰੇਮ ਤੇ ਲਹੈ। ਬਹੁਤਾ ਸਿੱਖ ਸੇਵਕ ਜਿਹੜੇ ਬੈਠੇ ਹੋਣ ਨਾ ਬੜਾ ਪ੍ਰੇਮ ਬੜਾ ਰਸ ਲੈ ਰਹੇ ਹਨ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋਏ। ਜਪਜੀ ਭੋਗ ਪਾਏ ਜੈਕਾਰਾ। ਜਪਜੀ ਸਾਹਿਬ ਦਾ ਜਿਸ ਸਮੇਂ ਭੋਗ ਪਿਆ ਹੈ ਤੇ ਸਿੱਖਾਂ ਨੇ ਜੈਕਾਰਾ ਛੱਡਿਆ ਹੈ। ਸੀਸ ਨਵਾਬਤ ਸਭਨੇ ਉਚਾਰਾ। ਸਾਰਿਆਂ ਨੇ ਸੀਸ ਨਵਾ ਕਰਕੇ ਤੇ ਉੱਚੀ ਧੁਨ ਦੇ ਵਿੱਚ ਜੈਕਾਰਾ ਗਜਾਇਆ ਹੈ। ਅਤੇ ਆਨੰਦ ਸ੍ਰੀ ਅਰਜਨ ਨਾਥ। ਅਤੇ ਅੰਤਿ ਪ੍ਰਸੰਨ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਇਹ ਜਿਹੜੇ ਸਾਰੇ ਨਾ ਕਰਤੱਵ ਕਰਕੇ ਭੈ ਕਿਰਤਾਰਥ ਮਾਨਸ ਨਾਥ। ਮਹਾਰਾਜ ਸਾਹਿਬ ਜੀ ਨੇ ਆਪਣੇ ਆਪ ਨੂੰ ਸਫਲ ਨਿਹਾਲ ਜਾਣਿਆ ਹੈ। ਜਿਹੜੇ ਤੀਜੇ ਪਾਤਸ਼ਾਹ ਨੇ ਕਿਸੇ ਸਮੇਂ ਵਚਨ ਗਏ ਸਨ, ਦੋਇਤਾ ਬਾਣੀ ਦਾ ਬੋਇਤਾ
ਉਹ ਸਫਲ ਹੋ ਗਏ ਹਨ, ਪੂਰੇ ਹੋ ਗਏ ਨੇ। ਇਹ ਜਾਣ ਕਰਕੇ ਮਹਾਰਾਜ ਸਾਹਿਬ ਜੀ ਬੜੇ ਪ੍ਰਸੰਨ ਹਨ। ਅਦਕ ਪ੍ਰੇਮ ਤੇ ਗਦ ਗਦ ਹੋਏ। ਅਦ ਭਾਵ ਬਹੁਤੇ ਪ੍ਰੇਮ ਦੇ ਸਹਿਤ ਨਾ ਮਹਾਰਾਜ ਸਾਹਿਬ ਜੀ ਗਦ ਗਦ ਬੜੇ ਪ੍ਰਸੰਨ ਹੋਏ ਹਨ। ਗੁਣ ਗਾਨ ਸ੍ਰੀ ਪਰਮੇਸ਼ਰ ਜੋਏ। ਪਰਮੇਸ਼ਰ ਦੇ ਉਹਨਾਂ ਗੁਣਾਂ ਨੂੰ ਜਾਣ ਲਿਆ ਮਹਾਰਾਜ ਸਾਹਿਬ ਜੀ ਨੇ ਕਿ ਜਿਹੜਾ ਹੈ ਨਾ ਇਹ ਦੀਨਾਂ ਦਾ ਬੰਧੂ ਹੈ, ਆਪਣੇ ਨਿਮਾਣਿਆਂ ਦੀ ਲਾਜ ਰੱਖਣ ਵਾਲਾ ਹੈ। ਹਰਿਮੰਦਰ ਤੇ ਨਿਕਸੇ ਅਗਾਰੀ। ਹਰਿਮੰਦਰ ਸਾਹਿਬ ਤੋਂ ਨਿਕਲ ਕਰਕੇ ਅਗਲੇ ਪਾਸੇ ਹਰ ਕੀਰਤਨ ਭਾਂਦੇ ਤੇ ਉਚਾਰੀ। ਪਰਮੇਸ਼ਰ ਦੀ ਜਿਹੜੀ ਕੀਰਤੀ ਹੈ ਨਾ ਮਹਿਮਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੇ ਪ੍ਰਕਾਰ ਦੀ ਕਹੀ ਹੈ ਉੱਥੇ। ਸੇਜਾ ਸ਼ੇਖ ਬਕੁੰਠ ਮਹਾਨਾ। ਮਹਾਰਾਜ ਕੀ ਕਹਿੰਦੇ ਹਨ ਹਰਿਮੰਦਰ ਸਾਹਿਬ ਦੇ ਬਾਬਤ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹਿਣ ਲੱਗੇ ਕਿ ਜਿਹੜਾ ਸੇਜਾ ਮਹਾਰਾਜ ਕਹਿਣ ਲੱਗੇ ਜਿਹੜੇ ਸੇਜਾ ਹੈ ਨਾ ਸ਼ੇਸ਼ ਨਾਗ ਦੀ ਬੈਕੁੰਠ, ਜਿਹੜਾ ਬੈਕੁੰਠ ਹੈ ਸਥਾਨ ਮਹਾਨ ਬ੍ਰਹਮ ਲੋਕ ਸ਼ਿਵ ਲੋਕ ਸਤਾਨਾ। ਤੇ ਬ੍ਰਹਮ ਲੋਕ ਤੇ ਸ਼ਿਵ ਲੋਕੀ ਇਹ ਸਾਰੇ ਜਿਹੜੇ ਸਥਾਨ ਹੈ। ਸਵੈਦ ਦੀਪ ਤੇ ਲੋਕਾਂ ਲੋਕ। ਸਵੈਦ ਦੀਪ ਤੇ ਲੋਕਾਂ ਲੋਕ ਨਾਮ ਦਾ ਪਰਬਤ। ਪੁਰੀ ਜਸਹਾ ਆਦ ਅਸ਼ੋਕ। ਅਯੁੱਧਿਆਪੁਰੀ ਦੇ ਅਸ਼ੋਕਾਪੁਰੀ ਆਦਿਕ ਜਿਹੜੀਆਂ ਪੁਰੀਆਂ ਹਨ। ਗੁਣ ਦਵਾਰਕਾ ਆਦਿਕ ਤਾਨ। ਤੇ ਜਿਹੜੀ ਦਵਾਰਕਾਪੁਰੀ ਹੈ, ਹੋਰ ਵੀ ਜਿਹੜੇ ਸਥਾਨ ਹਨ। ਸਭ ਕੋ ਤਜ ਕਰ ਸ੍ਰੀ ਭਗਵਾਨ। ਸਾਰਿਆਂ ਸਥਾਨਾਂ ਨੂੰ ਛੱਡ ਕਰਕੇ ਜਿਹੜੇ ਖੜ ਭਗਾ ਸੰਪੰਨ ਪਰਮੇਸ਼ਵਰ ਹਨ। ਸ੍ਰੀ ਗੁਰੂ ਰਾਮਦਾਸ ਦਰਬਾਰਾ। ਉਹ ਸਾਰੇ ਪਵਿੱਤਰ ਸਥਾਨਾਂ ਨੂੰ ਛੱਡ ਕਰਕੇ ਨਾ ਪਰਮੇਸ਼ਰ ਆਪ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸਥਾਨ ਤੇ ਆ ਕਰਕੇ ਆਣ ਬਸੇ ਇਸ ਬਤਾਨ ਉਦਾਰਾ। ਆਣ ਕਰਕੇ ਮਹਾਰਾਜ ਕਹਿੰਦੇ ਇਸ ਸਥਾਨ ਤੇ ਵਸ ਗਏ ਹਨ, ਜਿਹੜਾ ਮਹਾਨ ਸਥਾਨ ਹੈ ਨਾ ਹਰਿਮੰਦਰ ਸਾਹਿਬ ਵਾਲਾ। ਇਹ ਸਾਰੀਆਂ ਜਿਹੜੀਆਂ ਪਿਛੇ ਮਹਾਰਾਜ ਸਾਹਿਬ ਜੀ ਨੇ ਦੱਸੀਆਂ ਹਨ ਨਾ ਮਹਾਨ ਜਗ੍ਹਾ, ਤੇ ਇਹਨਾਂ ਨੂੰ ਛੱਡ ਕਰਕੇ ਜਿਹੜਾ ਖੜ ਭਗਾ ਸੰਪੰਨ ਪਰਮੇਸ਼ਰ ਹੈ ਨਾ ਉਹਨਾਂ ਨੂੰ ਛੱਡ ਕਰਕੇ ਤੇ ਹਰਿਮੰਦਰ ਸਾਹਿਬ ਵਿੱਚ ਆਣ ਕਰਕੇ ਬਿਰਾਜ ਗਏ ਹਨ। ਕਲੀ ਕਾਲ ਮੈਂ ਇਸੀ ਸਮਾਨ। ਮਹਾਰਾਜ ਕਹਿਣ ਲੱਗੇ ਕਲਯੁਗ ਦੇ ਸਮੇਂ ਵਿੱਚ ਇਹਨਾਂ ਦੇ ਸਮਾਨ ਹੋਰ ਕੋਈ ਨਾਹਿ ਆਣ ਸਥਾਨ ਮਹਾਨ। ਮਹਾਰਾਜ ਕਹਿਣ ਲੱਗੇ ਕਿ ਹਰਿਮੰਦਰ ਸਾਹਿਬ ਜੀ ਦੇ ਸਮਾਨ ਹੋਰ ਕੋਈ ਏਡਾ ਮਹਾਨ ਸ੍ਰਿਸ਼ਟੀ ਵਿੱਚ ਸਥਾਨ ਨਹੀਂ ਹੈ। ਤੀਨ ਲੋਕ ਪਤ ਜਹਾਂ ਬਿਰਾਜੇ। ਤਿੰਨਾਂ ਲੋਕਾਂ ਦਾ ਜਿਹੜਾ ਪਤੀ ਮਾਲਕ ਪਰਮੇਸ਼ਰ ਹੈ ਨਾ ਜਿੱਥੇ ਆਣ ਕਰਕੇ ਬਿਰਾਜ ਗਿਆ ਸਾਧ ਸੰਗਤ ਜੀ, ਇਸ ਨਾਲ ਹੋਰ ਵੱਡੀ ਮਹਾਨ ਜਿਹੜੀ ਜਗ੍ਹਾ ਹੋਰ ਕਿਹੜੀ ਹੋ ਸਕਦੀ ਹੈ? ਭੋਗਵਤੀ ਸੁਰਪੁਰ ਪਿਖ ਲਾਜੇ। ਜਿਹੜੀ ਨਾਗਾਂ ਦੀ ਪੁਰੀ ਹੈ ਨਾ ਤੇ ਦੇਵਤਿਆਂ ਦੀ ਪੁਰੀ ਆ, ਇਹ ਸਾਰੀਆਂ ਹਰਿਮੰਦਰ ਸਾਹਿਬ ਨੂੰ ਦੇਖ ਕਰਕੇ ਤੇ ਸ਼ਰਮਸਾਰ ਹੋ ਰਹੀਆਂ ਹਨ ਕਿ ਅਸੀਂ ਵੀ ਏਡੀਆਂ ਸੋਹਣੀਆਂ ਨਹੀਂ ਹਾਂ। ਸਭ ਸਥਾਨ ਕੀ ਸ੍ਰੀ ਚਲ ਆਈ। ਸਾਰਿਆਂ ਸਥਾਨਾਂ ਦੇ ਤਿੰਨਾਂ ਲੋਕਾਂ ਦੀ ਜਿਹੜੀ ਮਾਇਆ ਹੈ ਨਾ ਉਹ ਵੀ ਚੱਲ ਕਰਕੇ ਆ ਗਏ ਹੈ ਸਤਿਗੁਰੂ ਸਾਹਿਬ ਜੀ ਦੇ ਸ਼ਰਨ ਵਿੱਚ। ਆਣ ਵਸੀ ਸ੍ਰੀ ਗੁਰ ਸਰਨਾਈ। ਆਣ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਵਸ ਗਈ ਹੈ ਤਿੰਨਾਂ ਲੋਕਾਂ ਦੀ ਜਿਹੜੀ ਮਾਇਆ ਹੈ। ਧੰਨ ਧੰਨ ਸ੍ਰੀ ਗੁਰੂ ਦਰਬਾਰਾ। ਤੇ ਕੀ ਕਹਿ ਰਹੇ ਹਨ? ਧੰਨ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਰਮੇਸ਼ਰ ਦਾ ਜਿਹੜਾ ਦਰਬਾਰ ਹੈ। ਭਇਤ ਜਹਾਂ ਪਦਾਰਥ ਚਾਰਾ। ਜਿਸ ਤੋਂ ਕਹਿੰਦੇ ਚਾਰੇ ਪਦਾਰਥ ਪ੍ਰਾਪਤ ਹੁੰਦੇ ਹਨ, ਧਰਮ ਅਰਥ ਕਾਮ ਮੋਖ। ਸਾਧ ਸੰਗਤ ਜੀ ਇਹ ਚਾਰ ਪਦਾਰਥ ਮੰਨੇ ਹਨ। ਧਰਮ ਜਿਹੜਾ ਹੈ ਨਾ ਇਹਦੇ ਬਹੁਤ ਵਿਦਵਾਨਾਂ ਨੇ ਅਰਥ ਕੀਤੇ ਹਨ, ਦਾਸ ਇੱਥੇ ਵਿਸਥਾਰ ਚ ਨਹੀਂ ਜਾਵੇਗਾ। ਧਰਮ ਜਿਹੜਾ ਹੈ ਧਰੀ ਜਿਹੜੀ ਇਹਦੀ ਧਾਤੂ ਤੋਂ ਬਣਿਆ ਹੈ, ਆਸਰਾ ਇਸ ਦਾ ਅਰਥ ਕਰਦੇ ਹਨ ਵਿਦਵਾਨ। ਧਰਮ ਦੇ ਸਾਧ ਸੰਗਤ ਜੀ ਹੋਰ ਵੀ ਬੜੇ ਅਰਥ ਕੀਤੇ ਹਨ ਵਿਦਵਾਨਾਂ ਨੇ। ਮਜ਼ਹਬਾਦਕ ਇਸ ਦੇ ਬਾਬਤ ਵਿਦਵਾਨਾਂ ਦੇ ਬਹੁਤ ਸੇ ਵਿਚਾਰ ਹਨ। ਸੰਤ ਹਰਦਿਆਲ ਜੀ ਨੇ ਇਸ ਦੇ ਬਾਬਤ ਇੱਕ ਵਚਨ ਕਹੇ ਹਨ, ਦਾਸ ਇੱਥੇ ਜ਼ਿਕਰ ਕਰ ਦਵੇ। ਉਹ ਕਹਿੰਦੇ ਹਨ ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੇ ਜੇ ਕੋਏ। ਜਿਹਨੇ ਵੀ ਕਹਿੰਦੇ ਸੰਸਾਰ ਵਿੱਚ ਚਾਹੇ ਕੋਈ ਸੁਖੀ ਪੁਰਸ਼ ਹੈ ਚਾਹੇ ਕੋਈ ਦੁਖੀ ਪੁਰਸ਼ ਹੈ ਨਾ, ਜਿਹੜਾ ਕੋਈ ਧਰਮ ਦਾ ਧਾਰਨ ਕਰ ਲਵੇਗਾ ਨਾ ਭਾਵ ਧਰਮ ਵਿੱਚ ਆ ਜਾਵੇਗਾ। ਸੁਖੀ ਕਰਾ ਸੁਖ ਬੜਾ ਦੁਖੀ ਕਰਾ ਦੁੱਖ ਕੋਈ। ਜੇ ਕੋਈ ਸੁਖੀ ਹੈ ਨਾ ਪਹਿਲਾਂ ਹੀ ਉਹ ਧਰਮ ਨੂੰ ਪ੍ਰਾਪਤ ਧਾਰਨੀ ਹੋ ਜਾਵੇਗਾ ਤੇ ਉਹਦੇ ਸੁਖ ਹੋਰ ਵੱਧ ਜਾਣਗੇ, ਤੇ ਜਿਹੜਾ ਕੋਈ ਦੁਖੀ ਕਰੇਗਾ ਉਹਦੇ ਤਾਂ ਨਾਸ਼ ਹੋ ਹੀ ਜਾਣਗੇ ਨਾ ਦੁੱਖ। ਇਹ ਬਹੁਤ ਸਾਧ ਦਿਵਸ ਬਿਤਾਇਓ। ਇਹ ਤੋਂ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੇ ਬੜੀਆਂ ਖੁਸ਼ੀਆਂ ਆਨੰਦ ਖੇੜਿਆਂ ਦੇ ਵਿੱਚ ਸਾਰਾ ਦਿਨ ਬਤੀਤ ਕੀਤਾ ਹੈ। ਸੰਧਿਆ ਭਈ ਤਰਨ ਅਸਦਾਇਓ। ਸ਼ਾਮ ਦਾ ਵੇਲਾ ਹੋ ਗਿਆ ਹੈ, ਜਿਹੜਾ ਸੂਰਜ ਹੈ ਛਿਪ ਗਿਆ ਹੈ। ਬੁੱਢੇ ਬੂਝਣ ਕੀ ਰਸ ਤਬੈ। ਇਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪੁੱਛਣ ਲੱਗੇ, ਗ੍ਰੰਥ ਰਹਿ ਕਿਤ ਨਿਸ ਮੈਂ ਅਬੈ। ਮਹਾਰਾਜ ਜੀ ਉਹ ਜਿਹੜਾ ਗ੍ਰੰਥ ਸਾਹਿਬ ਹੈ ਨਾ ਇਸ ਦਾ ਸੁਖ ਆਸਣ ਕਿਸ ਸਥਾਨ ਤੇ ਕਰਨਾ ਹੈ? ਸਾਧ ਸੰਗਤ ਜੀ ਉਹ ਮਨ ਤੇ ਇਸੇ ਪ੍ਰਕਾਰ ਟਿਕਾ ਕਰਕੇ ਬੈਠੇ ਰਹਿਣਾ। ਥੋੜੀ ਜਿਹੀ ਹੋਰ ਕਥਾ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਜਿਹੜਾ ਰਾਤ ਨੂੰ ਇਹਦਾ ਸਦਾ ਸੁਖ ਆਸਣ ਕਰਨਾ ਹੈ ਨਾ,
जहाँ आपकी आयस होए ਬਾਬਾ ਬੁੱਢਾ ਜੀ ਕਹਿਣ ਲੱਗੇ ਹੱਥ ਜੋੜ ਕੇ ਮਹਾਰਾਜ ਸਾਹਿਬ ਜੀ ਜਿੱਥੇ ਆਪ ਜੀ ਦੀ ਆਗਿਆ ਹੋਵੇਗੀ ਨਾ ਸਿੱਖਾਂ ਨੇ ਤਾਂ ਉੱਥੇ ਹੀ ਇਸ ਦਾ ਸੌਖਾਸਨ ਕਰ ਦੇਣਾ ਹੈ करे सिख मर्यादा सोए ਜੈਸੀ ਮਹਾਰਾਜ ਸਾਹਿਬ ਜੀ ਆਪ ਜੀ ਦੀ ਆਗਿਆ ਹੋਵੇਗੀ ਨਾ ਸਿੱਖ ਸੇਵਕ ਉਸੇ ਪ੍ਰਕਾਰ ਨਾਲ ਹੀ ਮਰਿਆਦਾ ਕਰਨਗੇ श्री गुरु कहो प्रभु दरबारा ਤੇ ਸਮੇਂ ਸੁਭਾਈਮਨ ਸ਼੍ਰੋਮਣੀ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜਾ ਪਰਮੇਸ਼ਰ ਦਾ ਇਹ ਦਰਬਾਰ ਹੈ ਨਾ ਹਰਿਮੰਦਰ ਸਾਹਿਬ ग्रंथ परमेश्वर को अवतारा ਤੇ ਇਹ ਜਿਹੜਾ ਗ੍ਰੰਥ ਸਾਹਿਬ ਹੈ ਨਾ ਇਹ ਪਰਮੇਸ਼ਰ ਦਾ ਹੀ ਅਵਤਾਰ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਸਾਧ ਸੰਗਤ ਜੀਓ ਇਹ ਗ੍ਰੰਥ ਸਾਹਿਬ ਜਿਹੜਾ ਐਸਾ ਸਰੂਪ ਹੈ ਇਸ ਨੂੰ ਪਰਮੇਸ਼ਰ ਦਾ ਹੀ ਅਵਤਾਰ ਜਾਣੋ जेठ जाम जामन जब जाए ਮਾਰੇ ਕਹਿੰਦੇ ਡੇਢ ਜਾਮ ਜੇ ਸਮੇਂ ਮਾਰੇ ਕਹਿਣ ਲੱਗੇ ਡੇਢ ਪੈਰ ਜਦੋਂ ਰਾਤ ਹਜੇ ਹੋਈ ਹੋਵੇ पठ सोला कीर्तन ਤੇ गाए ਸੋਹਿਲਾ ਸਾਹਿਬ ਦਾ ਪਾਠ ਕਰਨ ਸਿੱਖ ਹਰਿਮੰਦਰ ਸਾਹਿਬ ਦੇ ਵਿੱਚ ਭਾਵੇਂ 11 ਦਾ 10 ਨੂੰ 11 ਵਜੇ ਦਾ ਸਮਾਂ ਬਣਦਾ ਹੈ ਤੇ ਇਸ ਸਮੇਂ ਸੋਹਿਲਾ ਸਾਹਿਬ ਦਾ ਪਾਠ ਕਰਨ बहुरो ले जावो असवारा ਮਾਰੇ ਕਹਿੰਦੇ ਫਿਰ ਇਹ ਅਸਵਾਰੀ ਜਿਹੜੀ ਹੈ ਨਾ ਗ੍ਰੰਥ ਸਾਹਿਬ ਜੀ ਦੀ ਇਹ ਲੈ ਕਰਕੇ ਜਾਣਾ ਕਰਿਓ ਸਿੱਖੋ जिसी कोठरी रहन हमारा ਜਿਸ ਕੋਠਾ ਸਾਹਿਬ ਵਾਲੇ ਸਥਾਨ ਤੇ ਮਾਰੇ ਕਹਿੰਦੇ ਅਸੀਂ ਸੌਂਦੇ ਸਾਂ ਨਾ ਬਿਰਾਜਦੇ ਸਾਂ ਉੱਥੇ ਹੀ ਮਹਾਰਾਜ ਸਾਹਿਬ ਜੀ ਦਾ ਸਰੂਪ ਲੈ ਜਾਇਓ तहाँ निवास करो जुत मान ਬੜੇ ਸਤਿਕਾਰ ਦੇ ਸਹਿਤ ਇਥੋਂ ਮਹਾਰਾਜ ਸਾਹਿਬ ਜੀ ਦਾ ਸਰੂਪ ਉਸ ਸਥਾਨ ਤੇ ਕਰਨਾ ਹੈ ਤੇ ਉੱਥੇ ਜਾ ਕਰਕੇ ਸੁਭਾਈਮਾਨ ਕਰ ਦੇਣਾ ਹੈ जाम डेढ़ जामन रह आन ਜਿਸ ਸਮੇਂ ਡੇਢ ਪੈਰ ਰਾਤ ਰਹਿ ਜਾਵੇ ਨਾ श्री हरमंदिर तमें सुनाओ ਇਸ ਸਮੇਂ ਹਰਿਮੰਦਰ ਸਾਹਿਬ ਜੀ ਦਾ ਅੰਦਰ ਸਾਰਾ ਹੈ ਨਾ ਜਿਹੜੀ ਕਿਰਿਆ ਇਸ਼ਨਾਨ ਆਦਿ ਦੀ ਕੱਚੇ ਜਿਹੜਾ ਦੁੱਧ ਦੇ ਨਾਲ ਕੱਚੇ ਲੱਸੀ ਦੇ ਨਾਲ ਦੁੱਧ ਦੇ ਨਾਲ ਹਰਿਮੰਦਰ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ ਕਰਿਓ फर्श अनेक भात के थानो ਤੇ ਜਿਹੜਾ ਫਰਸ਼ ਦੀਆਂ ਵਿਛਾਈਆਂ ਹਨ ਨਾ ਅਨੇਕਾਂ ਪ੍ਰਕਾਰ ਦੇ ਬੜੇ ਸੁੰਦਰ ਦੇ ਢੰਗ ਦੇ ਨਾਲ ਅੱਜ ਵੀ ਸਾਧ ਸੰਗਤ ਜੀ ਐਸੀ ਸੇਵਾ ਬਰਕਰਾਰ ਹੈ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਨੇਕਾਂ ਪ੍ਰਕਾਰ ਦੀਆਂ ਉੱਥੇ ਦਰੀਆਂ ਆਦਿ ਵਿਛਾਈਆਂ ਜਾਂਦੀਆਂ ਹਨ दीपक सदा करत को बारो ਤੇ ਦੀਵਾ ਜਿਹੜਾ ਹੈ ਨਾ ਹਮੇਸ਼ਾ ਘਿਓ ਦਾ ਬਾਲਣਾ ਹੈ ਜਿਹੜੀ ਜੋਤ ਹੈ ਨਾ ਇਹ ਹਮੇਸ਼ਾ ਘਿਓ ਦੀ ਬਾਲਣੀ ਅੱਜ ਕੱਲ ਕਈਆਂ ਨੂੰ ਬੜੀ ਲੱਗੀ ਹੈ ਇਸ ਤੋਂ जामन साजव रही निहारो ਬਾਰੇ ਕਹਿੰਦੇ ਜਿਹਨੂੰ ਇੱਕ ਪੈਰ ਰਾਤ ਜਿਹੜੀ ਜਾਮ ਨਿਸਾ ਜਬ ਰਹੀ ਇੱਕ ਦੁਪਹਿਰ ਜਦੋਂ ਰਾਤ ਰਹਿ ਜਾਵੇ जामन साजव रही निहारो ਇੱਕ ਪੈਰ ਜਦੋਂ ਰਾਤ ਰਹਿ ਜਾਵੇ ਨਾ ਜੇ रागी आसावार जुगाव है ਉਸ ਸਮੇਂ ਜਿਹੜੇ ਰਾਗੀ ਹਨ ਉਹ ਆਸਾ ਦੀ ਵਾਰ ਦਾ ਕੀਰਤਨ ਪ੍ਰਾਰੰਭ ਕਰ ਦੇਣ अनक राग के शब्द सुनावे ਅਨੇਕਾਂ ਪ੍ਰਕਾਰ ਦੇ ਜਿਹੜੇ ਹਨ ਸ਼ਬਦ ਗਾਉਣਾ ਕਰਨ ਨੇ ਆਸਾ ਦੀ ਵਾਰ ਆਰੰਭ ਕਰ ਦੇਣ दवा घट का जामन रह जगै ਜਿਸ ਸਮੇਂ 2 ਘੜੀਆਂ ਰਾਤ ਰਹਿ ਜਾਵੇ पानो श्री ग्रंथ साहिब तबै ਤੇ ਸਮੇਂ ਮਹਾਰਾਜ ਸਾਹਿਬ ਜੀ ਦਾ ਜਿਹੜਾ ਅਸਵਾਰਾ ਹੈ ਨਾ ਇਹ ਹਰਿਮੰਦਰ ਸਾਹਿਬ ਵਿੱਚ ਲੈ ਕਰਕੇ ਆਉਣਾ ਕਿ ਮਹਾਰਾਜ ਸਾਹਿਬ ਜੀ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰੀ ਮਰਿਆਦਾ ਦੱਸ ਰਹੇ ਹਨ ਅੱਜ ਵੀ ਸਾਧ ਸੰਗਤ ਜੀ ਐਸੀ ਮਰਿਆਦਾ ਹੈ ਜਿਸ ਸਮੇਂ 12 ਸ਼ਕਿਆਂ ਦਾ ਆਸਾ ਦੀ ਵਾਰ ਦਾ ਜਿਹੜਾ ਕੀਰਤਨ ਹੋ ਜਾਂਦਾ ਹੈ ਨਾ ਤੇ ਇਸ ਸਮੇਂ ਸਤਿਗੁਰੂ ਸਾਹਿਬ ਜੀ ਦਾ ਅਸਵਾਰਾ ਉੱਥੇ ਆਉਂਦਾ ਹੈ मार भोग ते खोल ਤੇ पड़ीजै ਜਿਸ ਸਮੇਂ ਆਸਾ ਦੀ ਵਾਰ ਦਾ ਭੋਗ ਪੈ ਜਾਵੇ ਨਾ ਤੇ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਮੁੱਖ ਵਾਕ ਲੈਣਾ ਕਰਨਾ इसी प्रकार कार नित कीजै ਇਸੇ ਪ੍ਰਕਾਰ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸ ਰਹੇ ਹਨ ਕਿ ਇਸ ਪ੍ਰਕਾਰ ਦੇ ਨਾਲ ਹੀ ਸਾਰੀ ਜਿਹੜੀ ਕਿਰਿਆ ਹੈ ਨਾ ਕਾਰ ਇਹ ਸੇਵਾ ਕਰਨੀ ਹੈ हम कह श्री गुरु बैठ रहाए ਇਸ ਪ੍ਰਕਾਰ ਕਹਿ ਕਰਕੇ ਨਾ ਬਾਬਾ ਬੁੱਢਾ ਜੀ ਨੂੰ ਤੇ ਮਹਾਰਾਜ ਸਾਹਿਬ ਜੀ ਵੀ ਆਪ ਉੱਥੇ ਬੈਠ ਰਹੇ ਹਨ चौकी सुनी कानड़ा गाए ਤੇ ਚੌਂਕੀ ਸੁਣੀ ਹੈ ਕਾਨੜਾ ਰਾਗ ਮੋੜ ਕੇ ਜਿਹੜਾ ਉਸ ਦੇ ਸ਼ਬਦ ਸੁਣੇ ਹਨ बार सोला पट कर पास ਤੇ ਇਹਨੇ ਨੂੰ ਸਾਧ ਸੰਗਤ ਜੀ ਜਿਹੜਾ ਸੋਹਿਲਾ ਸਾਹਿਬ ਦਾ ਸਮਾਂ ਹੋ ਗਿਆ ਹੈ ਮਹਾਰਾਜ ਉੱਥੇ ਸੋਹਿਲਾ ਸਾਹਿਬ ਦਾ ਪਾਠ ਹੋਇਆ ਹੈ उठ तब सब कीनस अरदास ਸੋਹਿਲਾ ਸਾਹਿਬ ਜੀ ਦਾ ਪਾਠ ਕਰਕੇ ਮਹਾਰਾਜ ਸਾਹਿਬ ਜੀ ਦਾ ਸੋਖਾਸਨ ਕਰਕੇ ਤੇ ਅਰਦਾਸ ਕੀਤੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੋ ਕਰਕੇ उठे ग्रंथ लीन सिर धारी ਉਪਰੰਤ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਸਤਿਕਾਰ ਦੇ ਨਾਲ ਆਪਣੇ ਸੀਸ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਲਿਆ ਹੈ चौर करे गुरु बारंबारी ਤੇ ਸਤਿਗੁਰੂ ਸਾਹਿਬ ਜੀ ਨੇ ਫਿਰ ਹੱਥ ਵਿੱਚ ਚੌਰ ਸਾਹਿਬ ਪਕੜਿਆ ਹੋਇਆ ਹੈ ਮਹਾਰਾਜ ਸਾਹਿਬ ਜੀ ਬਾਰੋ ਵਾਰੀ ਚੌਰ ਕਰ ਰਹੇ ਹਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ संखन की तुन कीन बिसाला ਤੇ ਬੜੇ ਸੰਖਾਂ ਦੀ ਜਿਹੜੀ ਆਵਾਜ਼ ਹੈ ਨਾ ਹੋਈ ਹੈ ਬੜੇ ਸੰਖ ਵੱਜੇ ਹਨ वाजत अमर बजे तिस काला ਤੇ ਹੋਰ ਵੀ ਅਨੇਕਾਂ ਪ੍ਰਕਾਰ ਦੇ ਵਾਜੇ ਵੱਜੇ ਹਨ ਨਫੀਰੀਆਂ ਆਦਿਕ रह कोठरी में गुर सदा सदा ਜੇ रह ਜਿਸ ਕੋਠਰੀ ਸਾਹਿਬ ਦੇ ਵਿੱਚ ਕੋਠਾ ਸਾਹਿਬ ਵਾਲੇ ਸਥਾਨ ਤੇ ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਿਰਾਜਦੇ ਸਨ मन है सदन अपने कदा ਤੇ ਕਦੀ ਕਦੀ ਸਤਿਗੁਰੂ ਸਾਹਿਬ ਜੀ ਆਪਣੇ ਮਹਿਲਾ ਵਾਲੇ ਸਥਾਨ ਤੇ ਜਾਂਦੇ ਸਨ ਤੇ ਬਹੁਤਾ ਸਮਾਂ ਸਤਿਗੁਰੂ ਸਾਹਿਬ ਜੀ ਕੋਠਾ ਸਾਹਿਬ ਵਾਲੇ ਸਥਾਨ ਤੇ ਰਿਹਾ ਕਰਦੇ ਸਨ ते स्थान ले कर जब गए ਇਸ ਸਥਾਨ ਤੇ ਜਦੋਂ ਮਹਾਰਾਜ ਸਾਹਿਬ ਜੀ ਦਾ ਸਰੂਪ ਲੈ ਕਰਕੇ ਗਏ ਹਨ
ਸੋ ਸੋਚ ਪ੍ਰਸੰਗ ਤਬ ਦਾਸਤ ਪਏ ਬੜਾ ਸੁੰਦਰ ਪ੍ਰਭ ਜਿਹੜਾ ਪਲੰਗ ਹੈ ਨਾ ਉਹ ਉੱਥੇ ਡਾਇਆ ਹੈ। ਸੇਜ ਬੰਦ ਗੁੰਫੇ ਬੜ ਜਰੀ ਬੜੀ ਸੁੰਦਰ ਜਿਹੜੀ ਸੇਜਾ ਹੈ ਜਿਹੜੀ ਉਸ ਦੀ ਵਿਛਾਈ ਹੋਈ ਫੁੱਲਾਂ ਆਦਿ ਦੀ ਜਿਹੜੀ ਜੜੀ ਹੋਈ ਸੁੰਦਰ ਫੂਲਣ ਮਾਲਾ ਤੇ ਧਰੀ ਉੱਪਰ ਬੜੀ ਸੋਹਣੀ ਫੁੱਲਾਂ ਦੀ ਮਾਲਾ ਧਰੀ ਹੋਈ ਹੈ। ਕਹਾ ਨਿਵਾਸ ਗ੍ਰੰਥ ਕੋ ਕੀਨੋ ਉਸ ਪਲਗੇ ਦੇ ਉੱਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਨਾ ਸੁਭਾਈਮਾਨ ਕਰ ਦਿੱਤਾ ਹੈ ਬੜੇ ਸਤਿਕਾਰ ਦੇ ਸਹਿਤ। ਸ੍ਰੀ ਗੁਰੂ ਭੂਤਲ ਨਿਕਟ ਅਸੀਨੋ ਦੇਖੋ ਸਤਿਗੁਰੂ ਸਾਹਿਬ ਜੀ ਦੀ ਸਾਧ ਸੰਗਤ ਜੀ ਨਿਮਰਤਾ ਮਹਾਰਾਜ ਸਾਹਿਬ ਜੀ ਨੇ ਨਾ ਜਿਹੜਾ ਸਰੂਪ ਹੈ ਉਹ ਪਲਗੇ ਦੇ ਉੱਪਰ ਸੁਭਾਈਮਾਨ ਕਰ ਦਿੱਤਾ ਹੈ ਤੇ ਆਪ ਮਹਾਰਾਜ ਸਾਹਿਬ ਜੀ ਨਾ ਥੱਲੇ ਉਸ ਦੇ ਪਲਗੇ ਦੇ ਥੱਲੜੇ ਪਾਸੇ ਵਿਛਾਈ ਕਰਾ ਕਰਕੇ ਤੇ ਸਤਿਗੁਰੂ ਸਾਹਿਬ ਜੀ ਆਪ ਉਸ ਦੇ ਥੱਲੇ ਵਿਰਾਜ ਗਏ ਹਨ। ਅਤਿਅੰਤ ਮਹਾਰਾਜ ਸਾਹਿਬ ਜੀ ਸਤਿਕਾਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਸਾਧ ਸੰਗਤ ਜੀ ਸਾਨੂੰ ਵੀ ਇਸੇ ਪ੍ਰਕਾਰ ਹੀ ਬਣਿਆ ਹੁੰਦਾ ਹੈ। ਕਬ ਕਬ ਸਦਨੇ ਆਪਣੇ ਜਾਹੇ ਕਦੀ ਕਦੀ ਸਤਿਗੁਰੂ ਸਾਹਿਬ ਜੀ ਆਪਣੇ ਮਹਿਲਾਂ ਵਾਲੇ ਸਥਾਨ ਤੇ ਜਾਂਦੇ ਹਨ। ਨਾਇ ਤਰੈ ਗ੍ਰੰਥ ਕੇ ਪਾਏ ਨਹੀਂ ਤਾਂ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਥਾਨ ਹੈ ਨਾ ਪਲਗੇ ਦੇ ਥੱਲੇ ਹੀ ਵਿਰਾਜਦੇ ਹਨ। ਸ੍ਰੀ ਗ੍ਰੰਥ ਸਾਹਿਬ ਕੀ ਕਥਾ ਇਹ ਸੀ ਕਵੀਰਾਜ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਥਾ ਹੈ ਨਾ ਭਈ ਜਥਾ ਉਚਰੀ ਹੈ ਤਥਾ ਜਿਸ ਪ੍ਰਕਾਰ ਕਹਿੰਦੇ ਹੋਈ ਹੈ ਨਾ ਸਾਰੀ ਕਿਰਿਆ ਕਵੀਰਾਜ ਜੀ ਕਹਿੰਦੇ ਅਸੀਂ ਉਸੇ ਪ੍ਰਕਾਰ ਹੀ ਸਾਰੇ ਅੰਕਨ ਕੀਤੇ ਉਸੇ ਪ੍ਰਕਾਰ ਹੀ ਲਿਖੀ ਹੈ। ਸੁਰਤ ਪਟ ਸਚਿਤ ਬਾਸ਼ਤ ਦਾਤਾ ਜਿਹੜੇ ਕੋ ਸੁਣਨਗੇ ਪੜਨਗੇ ਨਾ ਉਹਨਾਂ ਬਣ ਚਾਹੁੰਦੀਆਂ ਜਿਹੜੀਆਂ ਦਾਤਾਂ ਹਨ। ਗੁਰ ਪਗ ਰਤ ਤੇ ਆਤਮ ਗਿਆਤ ਜਿਹੜੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਰੱਜ ਜਾਣਗੇ ਨਾ ਉਹ ਆਤਮ ਗਿਆਨੀ ਹੋ ਜਾਣਗੇ। ਇਤਿਹਾਸਿਕ ਸਾਧ ਸੰਗਤ ਜੀ ਇਹ ਸਾਰੀ ਮਹਾਰਾਜ ਸਾਹਿਬ ਜੀ ਨੇ ਜਿਹੜੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨ ਦੀ ਕਿਰਿਆ ਹੈ ਨਾ ਇਹ ਸਾਰੀ ਕੀਤੀ ਹੈ। ਇੱਥੇ ਹੀ ਪ੍ਰਸੰਗ ਦੀ ਸਮਾਪਤੀ ਹੈ। ਦਾਸ ਤੋਂ ਸਾਧ ਸੰਗਤ ਜੀ ਉਹ ਕਥਾ ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਮਹਾਰਾਜ ਜਾਣਦੇ ਹਨ ਆਪ ਸਭ ਸੰਗਤ ਬਖਸ਼ਣ ਯੋਗ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ।